ਪੰਜਾਬ ਦੇ ਸਮਾਜ ਅਤੇ ਧਰਮ ਸੁਧਾਰ ਲਹਿਰਾਂ ਬਾਰੇ ਪੜ੍ਹਾਂਗੇ ਅਤੇ ਕਿਹੜੀਆਂ ਲਹਿਰਾਂ ਸਨ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ। ਜਿਵੇਂ ਨਿਰੰਕਾਰੀ ਲਹਿਰ ਹੋਈ, ਰਾਧਾ ਸੁਆਮੀ, ਕੂਕਾ ਲਹਿਰ ਅਤੇ ਉਸ ਤੋਂ ਬਾਅਦ ਗੁਰੂ ਕਾ ਬਾਗ ਮੋਰਚਾ। ਇਹ ਸਾਰੀਆਂ ਚੀਜ਼ਾਂ ਅੱਜ ਦੇ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੀਏ ਪੰਜਾਬ ਦੇ ਵਿੱਚ ਸਮਾਜ ਅਤੇ ਧਰਮ ਸੁਧਾਰਕ ਲਹਿਰਾਂ ਦਾ ਆਰੰਭ ਉਹ ਕਦੋਂ ਹੁੰਦਾ, ਕਾਹਦੇ ਕਰਕੇ ਹੁੰਦਾ ਅਤੇ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਹੁੰਦਾ ਅਤੇ ਉਦੋਂ ਕਿਹਦਾ ਰਾਜ ਸੀ। ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰ ਲਈਏ ਅਸੀਂ ਪੰਜਾਬ ਵਿੱਚ ਧਰਮ ਸੁਧਾਰਕ ਲਹਿਰਾਂ ਦਾ ਜੋ ਆਰੰਭ ਹੁੰਦਾ ਹੈ ਉਹ ਹੁੰਦਾ ਹੈ 1849 ਈਸਵੀ ਵਿੱਚ, ਜਦੋਂ ਕਿ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿੱਚ ਮਿਲਾਉਣ ਦੇ ਮਗਰੋਂ ਹੁੰਦਾ ਹੈ। ਇਹਨਾਂ 'ਚ ਕਈ ਲਹਿਰਾਂ ਬਾਹਰੋਂ ਆਉਂਦੀਆਂ ਨੇ, ਬਾਹਰੋਂ ਇਟ ਮੀਨਸ ਵੀ ਅਦਰ ਸਟੇਟ ਤੋਂ। ਕੁਝ ਲਹਿਰਾਂ ਦਾ ਜਨਮ ਜਿਹੜਾ ਉਹ ਪੰਜਾਬ ਦੇ ਵਿੱਚ ਹੀ ਹੁੰਦਾ। ਇਹਨਾਂ ਸਭ ਲਹਿਰਾਂ ਦੇ ਵਿੱਚੋਂ ਪਹਿਲਾਂ ਸੀ ਜਿਹੜੀ ਉਹ ਬ੍ਰਹਮੋ ਸਮਾਜ ਸੀ। ਇਹਦਾ ਨੀਂਹ ਪੱਥਰ 1828 ਈਸਵੀ ਵਿੱਚ। ਸਭ ਤੋਂ ਪਹਿਲਾਂ ਕਿਹੜੀ ਸੀ? ਬ੍ਰਹਮੋ ਸਮਾਜ ਲਹਿਰ ਸੀ ਸਭ ਤੋਂ ਪਹਿਲਾਂ। ਇਹ 1828 ਦੇ ਵਿੱਚ ਆਉਂਦੀ ਹੈ। ਰਾਜਾ ਰਾਮ ਮੋਹਨ ਰਾਏ ਨੇ ਇਹਦੀ ਨੀਂਹ ਰੱਖੀ ਸੀ। ਅਤੇ ਉਸ ਤੋਂ ਬਾਅਦ ਉਹ ਬੰਗਾਲ ਤੋਂ ਆਏ ਸੀਗੇ ਰਾਜਾ ਰਾਮ ਮੋਹਨ ਰਾਏ। ਬ੍ਰਹਮੋ ਸਮਾਜ ਦੀ ਜਿਹੜੀ ਪਹਿਲੀ ਇਕਾਈ ਸੀ ਉਹ ਪੰਜਾਬ 'ਚ 1864 'ਚ ਲਾਹੌਰ 'ਚ ਬਣੀ ਸੀ। ਪੰਜਾਬ ਦੇ ਵਿੱਚ ਕਈ ਹੋਰ ਲਹਿਰਾਂ ਵੀ ਸਨ, ਜਿਵੇਂ ਦਇਆਨੰਦ ਸਰਸਵਤੀ ਨੇ 1875 ਦੇ ਵਿੱਚ ਆਰੀਆ ਸਮਾਜ ਦੀ ਨੀਂਹ ਰੱਖੀ। ਮੁੰਬਈ ਤੋਂ ਪੰਜਾਬ ਆਏ ਸੀ ਉਹ। ਇਸੇ ਸਾਲ ਇਹਨਾਂ ਦੀ ਪਹਿਲੀ ਇਕਾਈ ਪੰਜਾਬ ਦੇ ਲਾਹੌਰ 'ਚ ਬਣੀ ਸੀ। ਅਤੇ ਕਈ ਹੋਰ ਲਹਿਰਾਂ ਜਿਵੇਂ ਦੇਵ ਸਮਾਜ, ਸਨਾਤਨ ਧਰਮ ਸਭਾ, ਵਹਾਬੀ ਲਹਿਰ ਆਦਿ ਪੰਜਾਬ ਤੋਂ ਬਾਹਰੋਂ ਆਈਆਂ ਸੀ। ਪਰ ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਲਹਿਰ ਸਿੰਘ ਸਭਾ ਸੀ। ਸਿੰਘ ਸਭਾ ਲਹਿਰ ਦੀ ਉਤਪੱਤੀ ਤੋਂ ਪਹਿਲਾਂ ਨਿਰੰਕਾਰੀ ਨਾਮਧਾਰੀ ਇਹ ਲਹਿਰਾਂ ਸਨ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਦੂਸਰੀਆਂ ਲਹਿਰਾਂ ਦੀ, ਅਤੇ ਇਸ ਤੋਂ ਬਾਅਦ ਕਿਹੜੀਆਂ ਲਹਿਰਾਂ ਸੀ। ਅਤੇ ਸਭ ਤੋਂ ਪਹਿਲਾਂ ਅਸੀਂ ਸਟਾਰਟਿੰਗ ਕਰਾਂਗੇ ਆਪਣੀ ਨਿਰੰਕਾਰੀ ਲਹਿਰ ਤੋਂ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਨਿਰੰਕਾਰੀ ਮੂਵਮੈਂਟ, ਨਿਰੰਕਾਰੀ ਬਾਬਾ ਦਿਆਲ ਸਿੰਘ ਨਿਰੰਕਾਰੀ। ਅਤੇ ਨਿਰੰਕਾਰੀ ਲਹਿਰ ਦੀ ਸਥਾਪਨਾ ਬਾਬਾ ਦਿਆਲ ਸਿੰਘ, ਜੋ ਕਿ ਪਿਸ਼ਾਵਰ ਦੇ ਕਰੋੜਪਤੀ ਵਪਾਰੀ ਸੀ, ਉਹਨਾਂ ਨੇ 19ਵੀਂ ਸਦੀ ਦੇ ਅੱਧ ਦੇ ਵਿੱਚ ਕੀਤੀ ਸੀ। ਉਹਨਾਂ ਦਾ ਜਿਹੜਾ ਮੰਤਵ ਸੀਗਾ, ਉਦੇਸ਼ ਇਹ ਸੀ ਵੀ ਸਿੱਖਾਂ ਦੀ ਰਵਾਇਤ ਮਰਿਆਦਾ ਦੇ ਵਿੱਚ ਮੁੜ ਪਵਿੱਤਰਤਾ ਨੂੰ ਲਿਆਉਣਾ। ਉਹਨਾਂ ਨੇ ਸਿੱਖਾਂ ਦਾ ਵਿਸ਼ਵਾਸ ਇੱਕ ਨਿਰੰਕਾਰ ਪਰਮਾਤਮਾ ਅਤੇ ਰੱਬ ਦਾ ਅਮੂਰਤ ਰੂਪ ਵਿੱਚ ਨਿਹਿਤ ਕੀਤਾ ਵੀ ਇਹ ਰੱਬ ਦਾ ਇੱਕ ਰੂਪ ਆ। ਇਹ ਉਹਨਾਂ ਦਾ ਮੋਟਿਵ ਸੀ, ਮੰਤਵ ਸੀ, ਉਦੇਸ਼ ਸੀ। ਇਸ ਲਹਿਰ ਦਾ ਨਾਮ ਨਿਰੰਕਾਰੀ ਲਹਿਰ ਪਿਆ। ਉਹਨਾਂ ਨੇ ਮੂਰਤੀ ਪੂਜਾ, ਧਾਰਮਿਕ ਯਾਤਰਾਵਾਂ, ਧਰਮ ਨਾਲ ਜੁੜੇ ਪਖੰਡਾਂ ਦਾ ਵਿਰੋਧ ਕੀਤਾ। ਉਹਨਾਂ ਦਾ ਮੰਤਰ ਸੀ ਧੰਨ ਨਿਰੰਕਾਰ ਦਾ ਮਤਲਬ ਅਮੂਰਤ ਗੁਰ ਦੀ ਸਤੁਤੀ। ਦੇਹਧਾਰੀ ਸਭਾ ਖਵਾਰ, ਦੇਹਧਾਰੀਆਂ ਦੀ ਪੂਜਾ ਕਿਸੇ ਤਰ੍ਹਾਂ ਵੀ ਲਾਭਕਾਰੀ ਨਹੀਂ। ਉਹਨਾਂ ਨੇ 1851 ਦੇ ਵਿੱਚ ਕਾਫੀ ਇੰਪੋਰਟੈਂਟ ਨੇ। 1851 ਦੇ ਵਿੱਚ ਕੀ ਕੀਤਾ? ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਆ। ਰਾਵਲਪਿੰਡੀ ਵਿੱਚ ਆਪਣਾ ਨਿਰੰਕਾਰੀ ਦਰਬਾਰ ਸਥਾਪਿਤ ਕੀਤਾ। ਇਸ ਦਰਬਾਰ ਦੀ ਸਥਾਪਨਾ ਲਈ ਨਦੀ ਦੇ ਕੰਢੇ। ਕਿਹੜੀ ਨਦੀ ਦੇ ਕੰਢੇ ਇਹਨਾਂ ਨੇ ਸਥਾਪਨਾ ਕੀਤੀ? ਕਈ ਵਾਰ ਪੁੱਛ ਸਕਦੇ ਪੇਪਰ ਦੇ ਵਿੱਚ। ਇਹਨਾਂ ਨੇ ਲਈ ਨਦੀ ਦੇ ਕੰਢੇ ਦਰਬਾਰ ਦੀ ਸਥਾਪਨਾ ਕੀਤੀ। ਉਹਨਾਂ ਦੇ ਨਾਮ ਪਿੱਛੇ ਇਸ ਲਈ ਦਿਆਲਸਰ ਦਾ ਨਾਮ ਦਿੱਤਾ ਗਿਆ ਹੈ। ਬਾਬਾ ਦਿਆਲ ਇਹਨਾਂ ਦਾ ਵੱਡਾ ਸਪੁੱਤਰ ਦਰਬਾਰਾ ਸਿੰਘ, ਉਹਨਾਂ ਬਾਅਦ ਦੇ ਵਿੱਚ ਉੱਤਰ ਅਧਿਕਾਰੀ ਬਣਿਆ। ਉਹਨਾਂ ਨੇ ਨਵੇਂ ਕੇਂਦਰਾਂ ਦੀ ਸਥਾਪਨਾ ਕੀਤੀ। ਜਨਮ, ਮਰਨ, ਵਿਆਹ ਅਤੇ ਮੰਗਣੀ ਆਦਿ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਹੁਕਮਨਾਮੇ ਵੀ ਜਾਰੀ ਕੀਤੇ। ਉਹਨਾਂ ਨੇ ਅਜਿਹਾ ਜਿਹੜਾ ਸਾਰੇ ਕੰਮ ਕੀਤੇ, ਇਹ ਸਾਰੇ ਉਹਨਾਂ ਦਾ ਇੱਕ ਮੰਤਵ ਸੀ, ਸਮਾਨਤਾ ਲਿਆਉਣਾ ਹੀ ਉਹਨਾਂ ਦਾ ਇੱਕ ਮੰਤਵ ਸੀ। ਬਾਬਾ ਦਰਬਾਰਾ ਸਿੰਘ ਦੇ ਮਗਰ ਉਹਨਾਂ ਦੇ ਭਰਾ ਆਏ ਰਤਨ ਸਿੰਘ ਆਏ, ਫਿਰ ਰਤਨ ਸਿੰਘ ਤੋਂ ਪਿੱਛੋਂ ਉਹਨਾਂ ਦੇ ਸਪੁੱਤਰ ਗੁਰਦਿੱਤ ਸਿੰਘ ਆਏ, ਅਤੇ ਫਿਰ ਗੁਰਦਿੱਤ ਸਿੰਘ ਤੋਂ ਮਗਰ ਉਹਨਾਂ ਦੇ ਪੁੱਤਰ ਹਾਰਾ ਸਿੰਘ ਇਸ ਲਹਿਰ ਦੀ ਪ੍ਰਤੀਨਿਧਤਾ ਕੀਤੀ। ਉਹਨਾਂ ਨੇ ਲਹਿਰ ਨੂੰ ਹੀ ਚਲਾਇਆ। ਬਾਬਾ ਗੁਰਦਿੱਤ ਸਿੰਘ ਤੋਂ ਪਿੱਛੋਂ ਉਹਨਾਂ ਦੇ ਪੁੱਤਰ ਹਾਰਾ ਸਿੰਘ ਨੇ ਲਹਿਰ ਦੀ ਪ੍ਰਤੀਨਿਧਤਾ ਕੀਤੀ। 1947 ਦਾ ਸਮਾਂ ਹੈ, ਜੋ 1947 ਦੇ ਵਿੱਚ ਪੰਜਾਬ ਦੀ ਵੰਡ ਦੇ ਕਰਕੇ ਨਿਰੰਕਾਰੀ ਦਰਬਾਰ ਨੂੰ ਰਾਵਲਪਿੰਡੀ ਤੋਂ ਫਿਰ ਅੰਮ੍ਰਿਤਸਰ ਲੈ ਗਏ। ਅੰਮ੍ਰਿਤਸਰ ਤੋਂ ਫਿਰ ਚੰਡੀਗੜ੍ਹ ਤਬਦੀਲ ਕੀਤਾ। ਨਿਰੰਕਾਰੀਆਂ ਨੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਸਿੱਖ ਹਾਂ, ਅਤੇ ਵੱਖਰੀ ਕੌਮ ਦਾ ਆਪਣੇ ਆਪ ਨੂੰ ਨਾਮ ਦਿੱਤਾ।
ਪਰ ਉਹ ਸਿੱਖਾਂ ਦੀ ਜਿਹੜੀ ਇਹ ਰੂੜੀਵਾਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਸੀ। ਆਦਿ ਗ੍ਰੰਥ ਅੰਤਮ ਗੁਰੂ ਹੈ ਅਤੇ ਸਿੱਖਾਂ ਦਾ ਕੇਵਲ ਉਹੀ ਗੁਰੂ ਹੈ। ਇਹਨਾਂ ਦੀ ਵਿਚਾਰਧਾਰਾ ਦੂਸਰਿਆਂ ਨਾਲੋਂ ਥੋੜ੍ਹੀ ਵੱਖਰੀ ਸੀ। ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਇੱਕ ਦੇਹਧਾਰੀ ਅਧਿਆਪਕ ਅਤੇ ਪੰਥ ਪ੍ਰਦਰਸ਼ਨ ਨੂੰ ਜ਼ਰੂਰੀ ਵੀ ਮੰਨਦੇ ਸੀ। ਅਰਦਾਸ ਸਮੇਂ ਉਹ ਆਮ ਅਰਦਾਸ ਹੁੰਦੀ ਹੈ ਵਾਰ ਸ੍ਰੀ ਭਗਉਤੀ ਜੀ ਸਹਾਇ, ਪਰ ਉਹਨਾਂ ਨੇ ਜਿਹੜੇ ਭਗਉਤੀ ਸ਼ਬਦ ਨੂੰ ਸੰਬੋਧਿਤ ਨਾ ਕਰਦੇ ਹੋਏ ਨਿਰੰਕਾਰੀ ਦਾ ਨਾਮ ਲੈਂਦੇ ਸੀ। ਉਹ ਕਹਿੰਦੇ ਸੀ ਜਿੱਥੇ ਭਗਉਤੀ ਵਰਡ ਯੂਜ਼ ਹੁੰਦਾ ਨਾ ਉੱਥੇ ਕਹਿੰਦੇ ਸੀ ਉਹ ਨਿਰੰਕਾਰੀ। ਉਹਨਾਂ ਦਾ ਹਥਿਆਰਬੰਦ ਖਾਲਸਾ ਦਾ ਵਿਰੋਧ ਕੀਤਾ। ਉਹਨਾਂ ਨੇ ਪਰਮਾਤਮਾ ਦੇ ਭਾਣੇ ਵਿੱਚ ਸੰਪੂਰਨ ਵਿਸ਼ਵਾਸ ਰੱਖਣ ਉੱਤੇ ਜ਼ਿਆਦਾ ਜ਼ੋਰ ਦਿੱਤਾ। ਫਿਰ ਉਹਨਾਂ ਨੇ ਜੋ ਪਹਿਲਾਂ ਦੱਸ ਚੁੱਕਿਆ ਤੁਹਾਨੂੰ, ਜਨਮ, ਵਿਆਹ ਅਤੇ ਮੌਤ ਵਰਗੇ ਸਮਾਗਮਾਂ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਕਰਦੇ ਸੀ। ਉਹ ਦਹੇਜ ਦੇ ਸਖਤ ਵਿਰੋਧੀ ਸੀ। ਇਹ ਉਹਨਾਂ ਦੀ ਵਧੀਆ ਗੱਲ ਹੈ ਵੀ ਉਹ ਦਹੇਜ ਦੇ ਸਖਤ ਵਿਰੋਧੀ ਸੀ। ਸਿੱਖਾਂ ਵਿੱਚ ਸੁਧਾਰ ਲਿਆਉਣ ਵਿੱਚ ਇਹ ਲਹਿਰ ਕਾਫੀ ਇੰਪੋਰਟੈਂਟ ਹੈ। ਇਹ ਸਿੱਖੀ ਮਰਿਆਦਾ ਦੀ ਪਹਿਰੇਦਾਰ ਬਣ ਕੇ ਉੱਭਰਦੀ ਉਸ ਸਮੇਂ ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਗਲੀ ਕਿਹੜੀ ਆ, ਅਗਲੀ ਗੱਲ ਕਰਾਂਗੇ ਰਾਧਾ ਸੁਆਮੀ ਲਹਿਰ। ਉਸ ਤੋਂ ਬਾਅਦ ਅਸੀਂ ਗੱਲ ਕਰ ਰਹੀਏ ਰਾਧਾ ਸੁਆਮੀ ਲਹਿਰ। ਆਹ ਨਿਰੰਕਾਰੀ ਆ, ਆਹ ਇਹਨਾਂ ਦੇ ਗੁਰੂ ਸਾਹਿਬਾਨ ਦੀ ਫੋਟੋ ਆ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਓਰੀਜਨ ਆਫ ਰਾਧਾ ਸੁਆਮੀ। ਫੋਟੋ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਦੇ ਪਹਿਲੇ ਗੁਰੂ ਸੀ ਸੁਆਮੀ ਸ਼ਿਵਦਿਆਲ, ਫਿਰ ਉਸ ਤੋਂ ਬਾਅਦ ਬਾਬਾ ਜੈਮਲ ਸਿੰਘ, ਫਿਰ ਮਹਾਰਾਜਾ ਸਰਵਨ ਸਿੰਘ, ਫਿਰ ਮਹਾਰਾਜਾ ਜਗਤ ਸਿੰਘ, ਮਹਾਰਾਜਾ ਚਰਨ ਸਿੰਘ, ਫਿਰ ਆਉਂਦਾ ਗੁਰਿੰਦਰ ਸਿੰਘ ਢਿੱਲੋਂ। ਇਹ ਰਾਧਾ ਸੁਆਮੀ ਮੂਵਮੈਂਟ ਆ। ਅਤੇ ਆਫਟਰ ਦਾ ਡੈਥ ਆਫ ਸ਼ਿਵਦਿਆਲ, ਫਿਰ ਹਾਂ ਹੁਣ ਤੁਹਾਨੂੰ ਇਸ ਦੇ ਬਾਰੇ ਸਟੂਡੈਂਟ ਦੱਸਦਾ ਜਾਣਕਾਰੀ ਨਾਲ। ਰਾਧਾ ਸੁਆਮੀ ਦਾ ਜਿਹੜਾ ਨੀਂਹ ਸੀਗਾ, ਸ਼ੁਰੂਆਤ ਹੁੰਦੀ ਹੈ ਉਹ ਕਿੱਥੋਂ ਹੁੰਦੀ ਹੈ, ਕਿਹੜੇ ਸਾਲ ਦੇ ਵਿੱਚ ਹੁੰਦੀ ਹੈ। ਅਤੇ ਇਹ ਤੁਹਾਨੂੰ ਇਸ ਦਾ ਟਾਈਮ ਪੀਰੀਅਡ 19ਵੀਂ ਸਦੀ ਦੇ ਵਿੱਚ ਰੱਖੀ ਦੀ ਨੀਂਹ। ਅਤੇ ਕਦੋਂ ਰੱਖੀ ਇਹ ਪੇਪਰ ਦੇ ਵਿੱਚ ਰੱਖਦੇ 19ਵੀਂ ਸਦੀ ਦੇ ਵਿੱਚ ਇਸ ਦੀ ਨੀਂਹ ਰੱਖੀ, 19ਵੀਂ ਸਦੀ ਦੇ ਵਿੱਚ। ਅਤੇ ਟਾਈਮ ਕੀ ਸੀ ਉਸ ਦੇ ਟਾਈਮ, 19ਵੀਂ ਸਦੀ ਵਿੱਚ ਉਸਨੇ ਰੱਬ ਨੂੰ ਮੰਨ ਅਤੇ ਪਰਮਾਤਮਾ ਦੇ ਮੇਲ ਦਾ ਨਾਮ ਦਿੱਤਾ। ਇਸੇ ਕਰਕੇ ਉਹਨਾਂ ਨੂੰ ਆਪਣੇ ਆਪ ਨੂੰ ਰਾਧਾ ਸੁਆਮੀ ਦਾ ਨਾਮ ਦਿੱਤਾ। ਜਦੋਂ ਵੀ ਕਦੇ ਤੋਂ ਅਸੀਂ ਦੇਖੋਗੇ ਰਾਧਾ ਸੁਆਮੀ ਆਪਸ ਵਿੱਚ ਮਿਲਦੇ ਨੇ ਭਗਤ, ਅਤੇ ਉਹ ਇੱਕ ਦੂਸਰੇ ਨੂੰ ਇਹੀ ਸ਼ਬਦ ਕਹਿੰਦੇ ਨੇ ਰਾਧਾ ਸੁਆਮੀ। ਅਤੇ ਇਸ ਗੱਦੀ ਦੇ ਪਹਿਲੇ ਗੁਰੂ ਹੋਏ, ਕਿਹੜੇ ਗੁਰੂ ਹੋਏ ਇਸ ਦੇ ਪਹਿਲੇ ਗੁਰੂ? ਉਹ ਸੀ ਸ਼ਿਵਦਿਆਲ। ਸ਼ਿਵਦਿਆਲ ਕੌਣ ਸੀ? ਇਹ ਖਜ਼ਾਨਚੀ ਸੀ, ਹਿੰਦੂ ਖਜ਼ਾਨਚੀ ਸ਼ਿਵਦਿਆਲ। ਇਹਨਾਂ ਨੇ ਆਗਰੇ ਨੀਂਹ ਰੱਖੀ ਸੀ ਇਹਦੀ। ਅਤੇ ਇਸ ਤੋਂ ਬਾਅਦ ਇਹਨਾਂ ਨੇ ਹਿੰਦੂ ਅਤੇ ਸਿੱਖ ਦੋਹਾਂ ਧਰਮਾਂ ਦੇ ਤੱਤ ਸ਼ਾਮਿਲ ਨੇ ਇਸ ਦੇ ਵਿੱਚ। ਅਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਦੂਰ ਦਰੇਡੇ ਸਿੱਖਿਆਰਥੀਆਂ ਨੂੰ ਆਕਰਸ਼ਿਤ ਕੀਤਾ। ਫਿਰ 1978 ਦੇ ਵਿੱਚ ਉਹਨਾਂ ਦੀ ਮੌਤ ਤੋਂ ਪਹਿਲਾਂ ਉਹਦੇ ਹਜ਼ਾਰਾਂ ਹੀ ਚੇਲੇ ਸੀ। ਅਤੇ ਉਹਨਾਂ ਦੀ ਮੌਤ ਤੋਂ ਬਾਅਦ ਰਾਧਾ ਸੁਆਮੀ ਜਿਹੜਾ ਮਤ ਹੈ ਉਹਦੇ ਦੋ ਹਿੱਸਿਆਂ 'ਚ ਵੰਡਿਆ। ਇੱਕ ਮੁੱਖ ਕੇਂਦਰ ਇਹਨਾਂ ਦਾ ਆਗਰੇ ਰਿਹਾ, ਇੱਕ ਕੇਂਦਰ ਸ਼ਿਵਦਿਆਲ ਦੇ ਚੇਲੇ ਜੈਮਲ ਸਿੰਘ ਨੇ। ਸ਼ਿਵਦਿਆਲ ਦੇ ਚੇਲੇ ਜੈਮਲ ਸਿੰਘ ਨੇ, ਫੋਟੋ 'ਚ ਦੇਖ ਸਕਦੇ ਜੈਮਲ ਸਿੰਘ। ਇਹ ਸ਼ਿਵਦਿਆਲ, ਉਹਨਾਂ ਦਾ ਚੇਲਾ ਸੀ ਜੈਮਲ ਸਿੰਘ। ਫੋਟੋ ਦੇ ਵਿੱਚ ਆਹ 2 ਨੰਬਰ 'ਤੇ, ਫੋਟੋ ਦੇ ਵਿੱਚ 2 ਨੰਬਰ ਤੁਸੀਂ ਦੇਖ ਸਕਦੇ ਹੋ। ਆਹ ਸੀ ਚੇਲੇ ਸ਼ਿਵਦਿਆਲ। ਇਹ 2 ਭਾਗਾਂ 'ਚ ਵੰਡਿਆ ਗਿਆ। ਇੱਕ ਆਗਰੇ ਰਿਹਾ ਇਹਨਾਂ ਦਾ ਆਫਿਸ, ਅਤੇ ਇੱਕ ਬਿਆਸ। ਉੱਥੇ ਇਹਨਾਂ ਦੇ ਚੇਲੇ ਨੇ ਸਟਾਰਟਿੰਗ ਕਰ ਲਈ ਬਿਆਸ ਦੇ ਵਿੱਚ। ਬਿਆਸ ਦੇ ਕੰਢੇ 'ਤੇ ਇਹਨਾਂ ਦਾ ਡੇਰਾ ਬਣਿਆ ਹੋਇਆ ਪੰਜਾਬ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਅੱਗੇ ਫੋਟੋ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਗਿਆ ਹੈ। ਆਹ ਦੇਖੋ ਫੋਟੋ ਦੇ ਵਿੱਚ ਇਹਨਾਂ ਡੇਰੇ ਦੇਖ ਸਕਦੇ ਹੋ ਤੁਸੀਂ, ਰਾਧਾ ਸੁਆਮੀ ਸਤਸੰਗ ਬਿਆਸ ਇਹ ਲਿਖਿਆ ਹੋਇਆ। ਅਤੇ ਰਾਧਾ ਸੁਆਮੀ ਜਦੋਂ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇੱਕ ਆਗਰੇ ਰਿਹਾ, ਇੱਕ ਸ਼ਿਵਦਿਆਲ ਨੇ ਜੈਮਲ ਸਿੰਘ ਨੇ ਦਰਿਆ ਬਿਆਸ ਦੇ ਕੰਢੇ 'ਤੇ ਸ਼ੁਰੂ ਕਰ ਲਿਆ। ਜਿਹੜਾ ਆਗਰਾ ਕੇਂਦਰ ਤੋਂ ਉਹ ਪੂਰਨ ਸੁਤੰਤਰ ਰੂਪ ਦੇ ਵਿੱਚ ਸੀ। ਜਿਹੜਾ ਜੈਮਲ ਸਿੰਘ ਸੀ ਉਹਨਾਂ ਦੀ ਮੌਤ ਤੋਂ ਮਗਰੋਂ ਗੁਰਗੱਦੀ ਗੁਰੂਆਂ ਤੋਂ ਵੱਖਰੀ ਪੀੜ੍ਹੀ ਸੀ। ਜੈਮਲ ਦਾ ਉੱਤਰਾਧਿਕਾਰੀ ਉਹਨਾਂ ਦਾ ਚੇਲਾ ਸਾਵਲ ਸਿੰਘ ਗਰੇਵਾਲ ਬਣਿਆ। ਸਾਵਨ ਸਿੰਘ ਗਰੇਵਾਲ ਬਣਿਆ। ਸਾਵਨ ਸਿੰਘ ਤੋਂ ਮਗਰੋਂ ਉਹਦਾ ਜਗਤ ਸਿੰਘ ਆਇਆ, ਅਤੇ ਉਸਨੇ ਚਰਨ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਬਣਿਆ। ਰਾਧਾ ਸੁਆਮੀ ਦੀ ਜਿਹੜੀਆਂ ਸਿੱਖਿਆਵਾਂ ਨੇ ਰੂੜੀਵਾਦੀ ਸਿੱਖਾਂ ਨੂੰ ਨਹੀਂ ਮੰਨਦੇ, ਉਹ ਪ੍ਰਤੱਖ ਗੁਰੂ 'ਚ ਵਿਸ਼ਵਾਸ ਰੱਖਦੇ ਨੇ। ਉਹ ਇੱਕ ਦੂਜੇ ਨੂੰ ਵੀ ਰਾਧਾ ਸੁਆਮੀ ਕਹਿ ਕੇ ਨਮਸਕਾਰ ਕਰਦੇ। ਤੁਹਾਨੂੰ ਪਹਿਲਾਂ ਦੱਸ ਚੁੱਕਿਆ ਰਾਧਾ ਸੁਆਮੀਆਂ ਦੇ ਧਾਰਮਿਕ ਸਥਾਨਾਂ 'ਤੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨਹੀਂ ਕੀਤਾ। ਉਹਨਾਂ ਨੇ ਕੀਰਤਨ ਦੀ ਪ੍ਰਥਾ ਵੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਕਿ ਵੀ ਜਿਹੜੇ ਕੀਰਤਨ ਕਰਦੇ ਨੇ ਧੁਨੀਆਂ ਉਚਾਰਨ ਕਰਦੇ ਆ, ਸ਼ਬਦ ਗਾਉਂਦੇ ਆ, ਕੀਰਤਨ ਕਰਦੇ ਆ, ਵੀ ਭਗਤਾਂ ਦੇ ਮਨ ਨੂੰ ਮੰਤਰਾਂ ਦੇ ਸਹੀ ਅਰਥਾਂ ਤੋਂ ਲਾਂਭੇ ਕਰਦੇ ਨੇ। ਇਹ ਇੱਕ ਮਹਿਜ ਮਨ ਪਰਚਾਵੇ ਦਾ ਸਾਧਨ, ਉਹਨਾਂ ਦਾ ਇਹ ਮੰਨਣਾ, ਉਹਨਾਂ ਦੀ ਆਪਦੀ ਸੋਚ ਹੈ ਵੀ ਇਹ ਇੱਕ ਮਨ ਪਰਚਾਵੇ ਦਾ ਸਾਧਨ ਹੈ, ਤਾਂ ਕਰਕੇ ਉਹ ਇਸ ਕੀਰਤਨ ਦਾ ਵਿਰੋਧ ਕਰਦੇ ਆ। ਰਾਧਾ ਸੁਆਮੀ ਸਿੱਖਿਆਵਾਂ ਦਾ ਇੱਕ ਧੁਰਾ ਇਹ ਉਹਨੂੰ ਕਹਿੰਦੇ ਸੁਰਤ ਸ਼ਬਦ ਯੋਗਾ ਦਾ ਨਾਮ ਦਿੱਤਾ ਉਹਨਾਂ ਨੇ।
ਸ਼ਬਦ ਤੋਂ ਅਰਥ ਹੈ ਆਤਮਿਕ ਬਲਬਲੇ ਤੋਂ ਹੈ। ਸਾਧਨਾ ਤੋਂ ਅੰਦਰੂਨੀ ਰੌਸ਼ਨੀ ਜੋ ਧੁਨੀ ਰੂਪ 'ਚ ਪ੍ਰਾਪਤ ਹੁੰਦਾ ਹੈ। ਯੋਗ ਅਰਥਾਤ ਆਪਣੇ ਮਨ ਦਾ ਆਪਣੀ ਅੰਤਰ ਆਤਮਾ ਨਾਲ। ਆਪਣੀ ਸੁਰਤ ਅਰਥਾਤ ਚੇਤਨ ਮਨ ਦਾ ਮਿਲਾਪ ਹੈ ਜੋ ਅੰਤਰ ਆਤਮਾ ਦੀ ਆਵਾਜ਼ ਨਾਲ ਸੰਭਵ ਹੁੰਦਾ ਹੈ। ਸੋ ਇਸ ਨੂੰ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਮੂਲ ਅਤੇ ਅਭਿੰਨ ਤਰੀਕਾ ਦੱਸਿਆ। ਰਾਧਾ ਸੁਆਮੀ ਨੇ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਵਰਣਨ ਇਸ ਤਰ੍ਹਾਂ ਕੀਤਾ। ਆਪਣੇ ਗੁਰੂ ਦੀ ਰਹਿਨੁਮਾਈ ਦੇ ਹੇਠ ਸਾਧਨਾ ਕਰਨਾ ਮਹੱਤਵਪੂਰਨ ਹੈ। ਉਹਨਾਂ ਦਾ ਇਹ ਮੰਨਣਾ ਹੈ, ਪਰ ਗੁਰੂ ਅਜਿਹਾ ਹੋਵੇ ਜੋ ਨਿੱਜੀ ਤੌਰ 'ਤੇ ਸ਼ਬਦ ਨਾਲ ਜੁੜਿਆ ਹੋਵੇ, ਸ਼ਬਦ ਪਰਮਾਤਮਾ ਨੂੰ ਮੰਨਦਾ ਹੋਵੇ। ਆਪਣੇ ਗੁਰੂ ਦੀ ਸਫਲ ਸਾਧਨਾ ਲਈ ਜ਼ਰੂਰੀ ਉਹ ਕਹਿੰਦੇ ਵੀ ਸਾਧਨਾ ਦੁੱਧਾਧਾਰੀ ਅਤੇ ਸ਼ਾਕਾਹਾਰੀ। ਦੁੱਧਾਧਾਰੀ ਦਾ ਮਤਲਬ ਹੁੰਦਾ ਜੋ ਕੇਵਲ ਦੁੱਧ ਛਕਦੇ ਨੇ, ਅਤੇ ਸ਼ਾਕਾਹਾਰੀ ਹੋਵੇ ਉਹ ਸ਼ਰਾਬ ਕਿਸੇ ਹੋਰ ਨਸ਼ੇ ਦਾ ਸੇਵਨ ਨਾ ਕਰਦਾ ਹੈ। ਉਹ ਪਵਿੱਤਰ ਆਚਰਣ ਸ਼ੁੱਧ ਆਚਾਰ ਵਿਚਾਰ ਵਾਲਾ ਹੋਵੇ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨਾਮਧਾਰੀ ਲਹਿਰ। ਨਾਮਧਾਰੀ ਲਹਿਰ ਜਿਹਨੂੰ ਕਿ ਕੂਕਾ ਲਹਿਰ ਵੀ ਕਿਹਾ ਜਾਂਦਾ ਹੈ। ਕੂਕਾ ਲਹਿਰ ਇਹ ਜੋ ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ, ਇੱਕ ਵਾਰ ਕੁਐਸਚਨ ਇਸ 'ਚੋਂ ਪੁੱਛਿਆ ਗਿਆ ਸੀ ਵੀ ਜੋ ਕੂਕਾ ਲਹਿਰ ਆ ਕਦੋਂ ਸ਼ੁਰੂ ਹੋਈ ਅਤੇ ਕੂਕਾ ਲਹਿਰ ਦੇ ਸੰਸਥਾਪਕ ਕੌਣ ਸਨ, ਕਿਹਨਾਂ ਨੇ ਸ਼ੁਰੂ ਕੀਤੀ ਅਤੇ ਉਹਨਾਂ ਦਾ ਹੈੱਡਕੁਆਟਰ ਕਿਹੜੀ ਜਗ੍ਹਾ ਸੀ। ਇਹ ਕੁਐਸਚਨ ਪੇਪਰ ਦੇ ਵਿੱਚ 2 ਵਾਰ ਆਇਆ, ਮਾਰਕਫੈਡ ਦੇ ਪੇਪਰ ਦੇ ਵਿੱਚ, ਅਤੇ ਅੱਗੇ ਵੀ ਆਉਣ ਦੀ ਸੰਭਾਵਨਾ ਹੈ। ਇਸ ਦੇ ਵਿੱਚੋਂ ਕਾਫੀ ਇੰਪੋਰਟੈਂਟ ਨਾਮਧਾਰੀ ਲਹਿਰ, ਕੂਕਾ ਲਹਿਰ। ਨਾਮਧਾਰੀ ਲਹਿਰ ਦਾ ਜਿਹੜਾ ਨੀਂਹ ਸੀ ਕਿਹਨੇ ਰੱਖੀ, ਉਹ ਬਾਬਾ ਬਾਲਕ ਸਿੰਘ ਨੇ। ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਇਹਨਾਂ ਦੀ ਜਿਹੜੀ ਨੀਂਹ ਰੱਖੀ ਉਹ ਕਿਹਨੇ ਰੱਖੀ, ਬਾਬਾ ਬਾਲਕ ਸਿੰਘ ਨੇ। ਕੂਕਾ ਲਹਿਰ ਦੀ ਨੀਂਹ ਰੱਖੀ ਬਾਬਾ ਬਾਲਕ ਸਿੰਘ ਨੇ। ਬਾਬਾ ਬਾਲਕ ਸਿੰਘ ਨੇ ਇਹ ਨੀਂਹ ਕਿੱਥੇ ਰੱਖੀ, ਕਿਹੜੇ ਟਾਈਮ 'ਚ ਰੱਖੀ? ਇਹ ਰੱਖੀ 1797 ਤੋਂ, ਇਹਨਾਂ ਦਾ ਟਾਈਮ ਹੈ ਜੀ 1862 ਨੇ ਰੱਖੀ। ਬਾਬਾ ਬਾਲਕ ਸਿੰਘ ਨੇ ਨੀਂਹ ਰੱਖੀ 1797 ਤੋਂ 1862। ਉਹ ਚੰਗੇ ਸੁਭਾਅ ਦੇ ਸੰਤ ਸੁਭਾਅ ਦੇ ਸਨ। ਉਹ ਭਗਤ ਜਵਾਹਰ ਮੱਲ ਦੇ ਸੱਚੇ ਭਗਤ ਸੀ। ਅਤੇ ਇੱਥੇ ਮੈਂ ਤੁਹਾਨੂੰ ਦਿਖਾਉਣਾ ਬਾਬਾ ਰਾਮ ਸਿੰਘ, ਅਤੇ ਇਹ ਤਸਵੀਰ ਦੇ ਵਿੱਚ ਦਿਖਾਏ ਇਹ ਫੋਟੋ ਬਾਬਾ ਬਾਲਕ ਸਿੰਘ ਦੀ 1797 ਤੋਂ 1862 ਦੇ ਵਿੱਚ ਰੱਖੀ। ਉਹ ਭਗਤਾਂ ਦੇ ਜਵਾਹਰ ਮੱਲ ਅਤੇ ਸੱਚੇ ਭਗਤ ਸੀ। ਉਹਨਾਂ ਨੇ ਗਰੀਬੀ ਦੇ ਵਿੱਚ ਸਦਾਚਾਰ, ਚੰਗੇ ਸਿਸ਼ਟਾਚਾਰ ਦਾ ਪਾਲਣ ਕੀਤਾ। ਉਸ ਤੋਂ ਬਾਬਾ ਬਾਲਕ ਸਿੰਘ ਨੇ ਅਮੀਰੀ ਨੂੰ ਰੱਬ ਤੋਂ ਰਹਿਤ ਹੈ। ਉਹਨਾਂ ਨੇ ਪੰਜਾਬ ਦੇ ਉੱਤਰ ਅਤੇ ਪੱਛਮ, ਉੱਤਰੀ ਸਾਈਡ ਅਤੇ ਪੱਛਮ ਦੀ ਸੀਮਾ ਦੇ ਬਾਰਡਰ 'ਤੇ ਇੱਕ ਪਿੰਡ ਹੈ ਹਜ਼ਾਰੋ, ਉੱਥੋਂ ਦੇ ਵਸਨੀਕ ਸੀ ਉਹ। ਆਪਣੇ ਗੁਰੂ ਦੀ ਤਰ੍ਹਾਂ ਬਾਲਕ ਸਿੰਘ ਨੇ ਆਪਣੇ ਭਗਤਾਂ ਨੂੰ ਗੁਰੂਆਂ ਵੱਲੋਂ ਦਰਸਾਏ ਗਏ ਸਿੱਧੇ ਮਾਰਗ 'ਤੇ ਜਾਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਸਖਤ ਤਪ ਕਰਕੇ ਮੁਕਤੀ ਪ੍ਰਾਪਤ ਕਰਨਾ। ਉਹਨਾਂ ਨੇ ਇਹ ਨੀਤੀ ਅਪਣਾਈ ਸੀਗੀ ਵੀ ਸਖਤ ਤਪ ਕਰਕੇ ਇਸ ਤਰ੍ਹਾਂ ਦੀ ਨੀਤੀ ਨਾਲ ਵੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਭਗਤਾਂ ਨੂੰ ਕਿਹਾ ਵੀ ਤੁਸੀਂ ਜਗਿਆਸੂ ਹੋ। ਜਗਿਆਸੂ ਦਾ ਨਾਮ ਜਗਿਆਸੂ ਦਾ ਮਤਲਬ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ ਸਦਾਚਾਰ ਤਰੀਕੇ ਨਾਲ, ਚੰਗੇ ਆਚਾਰ ਵਿਹਾਰ ਨਾਲ। ਪਰ ਉਹਨਾਂ ਦੇ ਅਜੋਕੇ ਭਗਤ ਨਾਮਧਾਰੀ ਕਹਾਉਂਦੇ, ਜਿਹੜੇ ਹੁਣ ਵਾਲੇ ਭਗਤ ਨੇ ਅਜੋਕੇ ਮਤਲਬ ਅੱਜ ਕੱਲ੍ਹ ਸਮੇਂ ਦੇ ਵਿੱਚ, ਉਹਨਾਂ ਨੂੰ ਨਾਮਧਾਰੀ ਕਿਹਾ ਜਾਂਦਾ ਹੈ। ਨਾਮਧਾਰੀ ਕੂਕਾ ਲਹਿਰ। ਉਹਨਾਂ ਨੇ ਆਪਣੇ ਭਗਤਾਂ ਨੂੰ ਆਨੰਦ ਰਸਮ ਵਿਆਹ ਸੰਪੰਨ ਕਰਨ ਲਈ ਕਿਹਾ ਵੀ ਆਨੰਦ ਕਾਰਜ ਕਰਦੇ। ਇਸ ਕਾਰਜ 'ਤੇ ਵਾਧੂ ਪੈਸੇ ਖਰਚਣ ਦੀ ਮਨਾਹੀ ਕੀਤੀ। ਉਹਨਾਂ ਨੇ ਕਿਹਾ ਵੀ ਕੋਈ ਫਾਲਤੂ ਪੈਸਾ ਨਹੀਂ ਖਰਚ ਕਰਨਾ, ਕੋਈ ਦਾਜ ਨਹੀਂ ਲੈਣਾ, ਸ਼ਰਾਬ ਮੀਟ ਭੀਖ ਨਹੀਂ ਮੰਗਣੀ, ਕੋਈ ਇੱਦਾਂ ਦੇ ਪੁੱਠੇ ਸਿੱਧੇ ਕੋਈ ਕੰਮ ਨਹੀਂ ਕਰਨਾ। ਨੈਤਿਕ ਆਚਾਰ ਮਤਲਬ ਚੰਗੇ ਸਿਸ਼ਟਾਚਾਰ ਨਾਲ ਸਾਰੇ ਕੰਮ ਆਪਣੇ ਪੂਰੇ ਕਰਨੇ ਆ। ਜੋਤ ਸਮਾਉਣ ਤੋਂ ਮਗਰ ਉਹਨਾਂ ਨੇ ਆਪਣੇ 3 ਪ੍ਰਮੁੱਖ ਭਗਤਾਂ ਦੇ ਵਿੱਚੋਂ ਬਾਬਾ ਰਾਮ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ। ਬਾਬਾ ਰਾਮ ਸਿੰਘ ਦੀ ਤਸਵੀਰ ਆ ਸੀ ਕਿ ਬਾਬਾ ਰਾਮ ਸਿੰਘ ਇਹਨਾਂ ਨੂੰ ਆਪਣਾ ਚੇਲਾ ਬਣਾਇਆ। ਆਪਣੇ ਧਰਮ ਵੀ ਇਹ ਸਾਡੇ ਧਰਮ ਨੂੰ ਅੱਗੇ ਲੈ ਕੇ ਜਾਣਗੇ, ਇਹਨਾਂ ਨੂੰ ਉੱਤਰਾਧਿਕਾਰੀ ਬਣਾਇਆ। ਉਸ ਤੋਂ ਬਾਅਦ ਜਿਹੜਾ ਬਾਬਾ ਰਾਮ ਸਿੰਘ ਸੀ ਉਹ ਕਿੱਥੋਂ ਸੀ, ਇਹ ਕੁਐਸਚਨ ਆਇਆ ਹੈ ਪੇਪਰ ਦੇ ਵਿੱਚ। ਬਾਬਾ ਰਾਮ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਦੇ ਵਸਨੀਕ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ, ਜ਼ਿਲ੍ਹਾ ਲੁਧਿਆਣਾ, ਡਿਸਟ੍ਰਿਕਟ ਲੁਧਿਆਣਾ, ਕਿੱਥੋਂ ਦੇ ਸੀ? ਡਿਸਟ੍ਰਿਕਟ ਲੁਧਿਆਣਾ, ਭੈਣੀ ਪਿੰਡ ਦੇ ਸੀ। ਭੈਣੀ ਪਿੰਡ ਪੁੱਛ ਲੈਂਦੇ ਪੇਪਰ ਦੇ ਵਿੱਚ, ਇੱਕ ਵਾਰ ਇਹ ਕੁਐਸਚਨ ਆਇਆ ਹੋਇਆ ਪੇਪਰ ਦੇ ਵਿੱਚ। ਭੈਣੀ ਪਿੰਡ ਦੇ ਸਨ ਅਤੇ ਉਹ ਸਿੱਖੀ ਅਤੇ ਦ੍ਰਿੜ ਭਗਤ ਅਤੇ ਅੰਮ੍ਰਿਤ ਛਕਾਉਣ ਦੀ ਵਿਧੀ ਨੂੰ ਉਹਨਾਂ ਨੇ ਵਿਸ਼ੇਸ਼ ਮਹੱਤਵ ਦਿੱਤਾ। ਫਿਰ ਉਹਨਾਂ ਨੇ ਨਾਮਧਾਰੀਆਂ ਦਾ ਇੱਕ ਸੰਗਠਿਤ ਸੰਸਥਾ ਬਣਾਈ, ਆਪਣੇ ਭਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ
ਆਚਰਣ, ਨਿੱਜੀ ਸਮਾਜਿਕ ਰਾਜਨੀਤਿਕ ਸਾਫ ਸਫਾਈ ਨਾਲ ਮੁੱਦੇ ਵੀ ਸਾਫ ਸੁਥਰੇ ਰਹੋ, ਰਾਜਨੀਤੀ ਵਾਲੇ ਪਾਸੇ ਘੱਟ ਜਾਓ। ਉਹਨਾਂ ਦਾ ਆਚਾਰ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆਚਾਰ, ਫਿਰ ਉਹਦਾ ਨਿੱਜੀ ਸਮਾਜਿਕ ਸਾਫ ਸਫਾਈ। ਮੈਂ ਤੁਹਾਨੂੰ ਐਕਸਪਲੇਨ ਕਰਦਾ, ਧਿਆਨ ਨਾਲ ਸੁਣਨਾ। ਆਚਾਰ ਦੇ ਵਿੱਚ ਆਉਂਦਾ ਕਦੇ ਝੂਠ ਨਾ ਬੋਲੋ, ਚੋਰੀ ਅਤੇ ਮਿਲਾਵਟ ਨਾ ਕਰੋ। ਦੂਸਰਾ ਆਉਂਦਾ ਹੈ ਨਿੱਜੀ, ਉਹਦੇ 'ਚ ਕੀ ਆਉਂਦਾ ਹੈ ਤੰਬਾਕੂ ਸ਼ਰਾਬ ਅਤੇ ਮੀਟ ਦਾ ਸੇਵਨ ਨਾ ਕਰੋ। ਉਸ ਤੋਂ ਬਾਅਦ ਗੱਲ ਕਰ ਲਈਏ ਸਮਾਜਿਕ, ਵੀ ਮਾਦਾ ਬੱਚਿਆਂ ਦਾ ਨੁਕਸਾਨ ਜਾਂ ਵਪਾਰ ਨਾ ਕਰੋ। 16 ਸਾਲ ਤੋਂ ਘੱਟ ਉਮਰ ਦੀ ਲੜਕੀਆਂ ਦਾ ਵਿਆਹ ਨਾ ਕਰੋ। ਦਾਜ ਲੈਣ ਅਤੇ ਦੇਣ ਮਗਰੋਂ ਮਨਾਹੀ ਹੈ। ਬਲਦਾਂ ਦੀ ਨਸਬੰਦੀ ਨਾ ਕਰੋ। ਵਿਆਜ 'ਤੇ ਪੈਸਾ ਲੈਣ ਅਤੇ ਦੇਣ ਦੀ ਮਨਾਹੀ ਹੈ। ਗਊਆਂ ਅਤੇ ਹੋਰ ਪਸ਼ੂ ਨੂੰ ਹੱਤਿਆ ਤੋਂ, ਇਹ ਕਿਸ ਦੇ ਗਊਆਂ ਅਤੇ ਹੋਰ ਪਸ਼ੂਆਂ ਦੀ ਹੱਤਿਆ ਤੋਂ ਬਚਾਉਣਾ। ਇੱਥੋਂ ਗਊ ਤੇ ਤੋਂ ਯਾਦ ਆਇਆ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਗਊ ਦਾ, ਅੱਗੇ ਜਾ ਕੇ ਫਿਰ ਉਹਨਾਂ ਦੀ ਨਾ ਲਹਿਰ ਦੇ ਵਿੱਚ ਕੂਕਾ ਲਹਿਰ ਦਾ ਨਾਮ ਪੈਂਦਾ, ਵੀ ਵਿਰੋਧ ਕਰਦੇ ਨੇ ਉਹ ਗਊ ਦੀ ਪੂਜਾ ਕਰਦੇ ਸਨ। ਅਤੇ ਸਾਫ ਸਫਾਈ ਦੇ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਅਤੇ ਰੋਜ਼ ਨਹਾਓ। ਰਾਜਨੀਤਿਕ ਤੇ ਕਹਿੰਦੇ ਸੀ ਸਰਕਾਰੀ ਨੌਕਰੀ ਨਾ ਕਰੋ। ਇਹਨਾਂ ਦਾ ਮਤਲਬ ਮੰਨਣਾ ਇਹ ਹੈ ਵੀ ਤੁਹਾਨੂੰ ਸਰਕਾਰ ਤੋਂ, ਰਾਜਨੀਤੀ ਤੋਂ ਦੂਰ ਰਹਿਣ ਕਰਕੇ ਸਰਕਾਰ ਦੀ ਕੋਈ ਨੌਕਰੀ ਨਾ ਕਰੋ। ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਨਾ ਭੇਜੋ। ਆਪਣੇ ਕੇਸਾਂ ਦੇ ਨਿਪਟਾਰੇ ਲਈ, ਤੁਹਾਡੇ 'ਤੇ ਕੋਈ ਕੇਸ ਚੱਲਦਾ ਲੜਾਈ ਝਗੜੇ ਦਾ, ਉਹਦਾ ਨਿਪਟਾਰਾ ਹੱਲ ਕਰਾਉਣ ਲਈ ਅਦਾਲਤਾਂ 'ਚ ਨਾ ਜਾਓ, ਪਿੰਡਾਂ ਦੀ ਪੰਚਾਇਤ ਕੋਲ ਜਾਓ। ਵਿਦੇਸ਼ੀ ਵਸਤਾਂ ਦੀ ਵਰਤੋਂ ਨਾ ਕਰੋ, ਬਾਹਰਲੀਆਂ ਚੀਜ਼ਾਂ ਨਾ ਵਰਤੋ। ਸਰਕਾਰੀ ਡਾਕ ਸੇਵਾ ਦਾ ਇਸਤੇਮਾਲ ਨਾ ਕਰੋ। ਇਹ ਇਹਨਾਂ ਦੀ ਸਿੱਖਿਆ ਸੀ। ਮੂਰਤੀ ਪੂਜਾ ਦੇ ਉਹ ਵਿਰੋਧੀ ਸੀ। ਉਹਨਾਂ ਦੇ ਚੇਲੇ ਨੇ ਜਿਹੜੇ ਸਿੱਧੀ ਪਗੜੀ ਬੰਨ੍ਹਦੇ ਸੀ, ਚਿੱਟੀ ਉੱਨ ਦੀ ਮਾਲਾ ਰੱਖਦੇ ਨੇ, ਉਹਨਾਂ ਦੇ ਉਸ ਤਰ੍ਹਾਂ ਦੇ ਚੇਲੇ ਦੀ ਆਵਾਜ਼, ਉੱਚੀ ਆਵਾਜ਼ ਵਿੱਚ ਮੰਤਰ ਪੜ੍ਹਦੇ ਨੇ। ਇਸ ਕਰਕੇ ਇਹਨਾਂ ਦਾ ਨਾਮ ਕੂਕਾ ਪਿਆ। ਬਾਬਾ ਰਾਮ ਸਿੰਘ ਗਊ ਦੇ ਪੱਕੇ ਰੱਖਿਅਕ ਸੀ। ਉਹਨਾਂ ਨੇ 1780 ਦੇ ਵਿੱਚ ਅੰਮ੍ਰਿਤਸਰ 'ਚ ਸਥਿਤ ਬੁੱਚੜਖਾਨੇ 'ਤੇ ਹਮਲਾ ਵੀ ਕਰ ਦਿੱਤਾ ਸੀ। ਇੱਥੋਂ 2 ਜਲਾਦਾਂ ਵਿੱਚੋਂ 4 ਦੀ ਮੌਤ ਹੋ ਗਈ ਸੀ। ਫਿਰ 9 ਸੀ ਉਹਨਾਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਸੀ। ਫਿਰ ਉਸ ਤੋਂ ਬਾਅਦ ਕੀ ਗੱਲ ਹੋਈ ਵੀ 15 ਜੁਲਾਈ 1971 ਨੂੰ ਲੁਧਿਆਣੇ ਦੇ ਰਾਏਕੋਟ ਸ਼ਹਿਰ ਦੇ ਕੋਲੇ ਇੱਕ ਬੜੀ ਮੰਦਭਾਗੀ ਘਟਨਾ ਵਾਪਰਦੀ ਆ। ਵੀ ਉੱਥੇ ਕੀ ਹੁੰਦਾ ਵੀ 3 ਬੰਦੇ ਮਰ ਜਾਂਦੇ ਨੇ ਅਤੇ 9 ਜ਼ਖਮੀ ਹੋ ਜਾਂਦੇ ਨੇ। ਫਿਰ ਉਸ ਤੋਂ ਬਾਅਦ 11 ਜਨਵਰੀ 1872 ਨੂੰ ਸੈਂਕੜੇ ਕੂਕੇ ਭੈਣੀ ਸਾਹਿਬ ਲੋਹੜੀ ਮਨਾਉਣ ਵਾਸਤੇ ਇਕੱਠੇ ਹੁੰਦੇ ਨੇ। ਬਾਬਾ ਰਾਮ ਸਿੰਘ ਕਹਿੰਦੇ ਆਪਣੇ ਭਗਤਾਂ ਨੂੰ ਵੀ ਤੁਸੀਂ ਸ਼ਾਂਤ ਰਹੋ, ਪਰ ਜਿਹੜੇ ਕੁਝ ਕੂਕੇ ਉਹਨਾਂ ਦੀ ਸਲਾਹ ਨਹੀਂ ਮੰਨਦੇ। ਉਹ ਮਰੇਲਕੋਟਲਾ ਦੇ ਨੇੜੇ ਜਲਾਦਾਂ ਨੂੰ ਮਾਰਨ ਵਾਸਤੇ ਚੱਲ ਪੈਂਦੇ ਆ, ਵਿਉਂਤ ਬਣਾਉਂਦੇ ਆ। ਪਰ ਉਹ ਜਦੋਂ ਮਰੇਲਕੋਟਲੇ ਨੂੰ ਜਾਂਦੇ ਆ, ਰਾਹ 'ਚ ਮਲੌਦ ਜਗ੍ਹਾ ਆਉਂਦੀ ਆ, ਉੱਥੇ ਸਰਦਾਰ ਬੱਧਨ ਸਿੰਘ ਦਾ ਘਰੇ ਹਥਿਆਰ ਲੈਣ ਲਈ ਉਹਨਾਂ ਨੇ ਛਾਪਾ ਮਾਰਿਆ। ਉੱਥੇ ਸਰਦਾਰ ਦੇ ਬੰਦਿਆਂ ਨੇ ਨਾਲ ਇਹਨਾਂ ਦੀ ਲੜਾਈ ਹੋ ਜਾਂਦੀ ਹੈ। ਫਿਰ ਇਹ ਘਟਨਾ ਦੇ ਵਿੱਚ ਕੀ ਹੁੰਦਾ ਵੀ 8 ਸਿਪਾਹੀ ਅਤੇ 7 ਕੂਕਿਆਂ ਦੀ ਮੌਤ ਹੋ ਜਾਂਦੀ ਹੈ। ਉਸ ਟਾਈਮ ਇਹ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਹੁੰਦਾ ਐਲ ਕੋਔਨ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਹੁੰਦਾ। ਉਹ ਮਰੇਲਕੋਟਲਾ ਪਹੁੰਚ ਕੇ ਇਹਨਾਂ ਨੂੰ ਬਿਨਾਂ ਕਿਸੇ ਸੁਣਵਾਈ ਤੋਂ 17 ਜਨਵਰੀ ਨੂੰ 66 ਕੂਕੇ ਹੁੰਦੇ ਨੇ 66, ਉਹਨਾਂ ਨੂੰ ਬੰਦੂਕਾਂ ਦੇ ਨਾਲ ਉਡਾ ਦਿੰਦਾ। ਇਸ ਤਸਵੀਰ ਦੇ ਵਿੱਚ ਦਿਖਾਉਣਾ ਤੁਹਾਨੂੰ, ਆਹ ਦੇਖੋ ਤੋਪਾਂ ਨਾਲ ਅੰਗਰੇਜ਼ਾਂ ਦੇ ਵਿਰੋਧ ਦਾ ਮੁੱਢ ਬਣਿਆ ਸੀ ਨਾਮ, ਤੋਪਾਂ ਨਾਲ ਉਡਾਏ। ਫਿਰ ਇੱਥੇ ਇਹਨਾਂ ਨੂੰ ਮਾਰ ਦਿੰਦੇ ਨੇ। ਆਹ ਦੇਖੋ ਮੌਤ ਦੇ ਘਾਟ ਉਤਾਰ ਦਿੰਦੇ ਨੇ। ਉਸ ਤੋਂ ਬਾਅਦ ਹੁੰਦਾ ਫਿਰ 11 ਕੂਕਿਆਂ ਨੂੰ ਮਰਵਾ ਦਿੰਦੇ ਨੇ। ਅਤੇ ਮਰੇਲਕੋਟਲੇ ਤੋਂ ਅੱਗੇ ਜਾਂਦੇ ਅੰਬਾਲਾ ਦੇ ਕਮਿਸ਼ਨਰ, ਉੱਥੇ ਫਿਰ ਅੱਗੇ ਪਹਿਲਾਂ ਤਾਂ ਲੁਧਿਆਣੇ ਕੋਆਉਣ ਮਰਵਾ ਦਿੰਦਾ 66 ਨੂੰ। ਅਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਮਰੇਲਕੋਟਲੇ ਤੋਂ ਅੱਗੇ ਅੰਬਾਲੇ ਜਾਂਦੇ ਆ, ਉੱਥੋਂ ਦਾ ਕਮਿਸ਼ਨਰ ਸੀ ਫੋਰਸਿਥ ਨੇ ਬਾਕੀ 11 ਕੂਕਿਆਂ ਨੂੰ ਵੀ ਮਰਵਾਤਾ। ਫਿਰ ਉਸ ਤੋਂ ਬਾਅਦ ਜਿਹੜੇ ਬਾਬਾ ਰਾਮ ਸਿੰਘ ਨੇ ਇਲਾਹਾਬਾਦ ਜੇਲ੍ਹ 'ਚ ਰੱਖਣ ਦੇ ਉਹਨਾਂ ਨੂੰ ਰੰਗੂਨ ਭੇਜ ਦਿੰਦੇ ਆ। ਰੰਗੂਨ ਅਤੇ ਇੱਕ ਮਾਂਡਲੇ ਜੇਲ੍ਹ ਉਸ ਟਾਈਮ ਬਹੁਤ ਜ਼ਿਆਦਾ ਫੇਮਸ ਸੀ, ਉਹ ਸਭ ਤੋਂ ਜ਼ਿਆਦਾ ਸਖਤ ਜੇਲ੍ਹ ਸੀ ਰੰਗੂਨ ਦੀ ਅਤੇ ਇੱਕ ਮਾਂਡਲੇ ਜੇਲ੍ਹ। ਉੱਥੇ 29 ਨਵੰਬਰ 1884 ਨੂੰ ਇਹਨਾਂ ਦੀ ਮੌਤ ਹੋ ਜਾਂਦੀ ਆ। ਉੱਥੇ ਬਾਬਾ ਹਰੀ ਸਿੰਘ ਉਹਨਾਂ ਦੇ ਉੱਤਰਾਧਿਕਾਰੀ ਬਣਦੇ ਨੇ ਬਾਬਾ ਰਾਮ ਸਿੰਘ ਦੇ। ਫਿਰ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਬਾਬਾ ਪ੍ਰਤਾਪ ਸਿੰਘ ਆਉਂਦੇ ਨੇ। ਬਾਬਾ ਪ੍ਰਤਾਪ ਤੋਂ ਬਾਅਦ ਉਹਨਾਂ ਦੇ ਪੁੱਤਰ ਜਗਤ ਸਿੰਘ ਕੂਕਾ ਲਹਿਰ ਦੇ ਅਧਿਕਾਰੀ ਬਣਦੇ ਨੇ, ਮਤਲਬ ਉਹ ਲਹਿਰ ਨੂੰ ਅੱਗੇ ਚਲਾਉਂਦੇ ਨੇ 1872 ਤੱਕ। ਜਿਹੜੀ ਹੁਣ ਅੱਜ ਜਗ੍ਹਾ ਬਣੀ ਹੋਈ ਆ ਵਰਤਮਾਨ ਟਾਈਮ ਦੇ ਵਿੱਚ ਲੁਧਿਆਣੇ ਦੇ ਪਿੰਡ ਭੈਣੀ ਅਤੇ ਸਰਸਾ ਦੇ ਨੇੜੇ ਹਿਸਾਰ, ਇੱਥੇ ਜੀਵਨ ਨਗਰ ਨਾਮਧਾਰੀਆਂ ਦੇ 2 ਮੁੱਖ ਕੇਂਦਰ ਨੇ। ਇਹਨਾਂ ਦੇ ਕੂਕਿਆਂ ਦੇ ਇੱਕ ਰਸਾਲੇ ਵੀ ਬਾਜ਼ਾਰ ਦੇ ਵਿੱਚ ਛਪਦੇ ਆ, ਨਵਾਂ ਹਿੰਦੁਸਤਾਨ, ਸੱਚ ਮਾਰਗ ਅਤੇ ਸਤਯੁਗ। ਸੰਖੇਪ ਵਿੱਚ ਅਸੀਂ ਜੇਕਰ ਗੱਲ ਕਰ ਲਈਏ ਤਾਂ ਇਹ ਧਾਰਮਿਕ ਸਮਾਜਿਕ ਲਹਿਰ ਸੀ। ਇਹਦਾ ਮੰਤਵ ਬਾਲ ਵਿਆਹ, ਮਾਦਾ ਭਰੂਣ ਹੱਤਿਆ, ਨਸ਼ਿਆਂ ਦੀ ਵਰਤੋਂ ਆਦਿ ਨੂੰ ਜੜ੍ਹ ਤੋਂ ਖਤਮ ਕਰਨਾ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਿੰਘ ਸਭਾ ਮੂਵਮੈਂਟ ਦੀ। ਸਿੰਘ ਸਭਾ ਮੂਵਮੈਂਟ 1849 ਵਿੱਚ ਸ਼ੁਰੂ ਹੁੰਦੀ ਆ। ਕਿਹੜੇ ਸਾਲ ਸ਼ੁਰੂ ਹੁੰਦੀ ਆ? 1849 ਦੇ ਵਿੱਚ ਸ਼ੁਰੂ ਹੁੰਦੀ ਆ ਸਿੰਘ ਸਭਾ ਮੂਵਮੈਂਟ।
1849 ਵਿੱਚ ਜਿਹੜਾ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿੱਚ ਮਿਲਾਉਣ ਤੋਂ ਬਾਅਦ ਬਰਤਾਨਵੀ ਸਾਮਰਾਜ ਨੇ ਜਿਹੜਾ ਈਸਾਈ ਧਰਮ ਦਾ ਪ੍ਰਚਾਰ ਦੀਆਂ ਆਪਣੀਆਂ ਜਿਹੜੀਆਂ ਸਾਜ਼ਿਸ਼ਾਂ ਸੀ ਉਹ ਤੇਜ਼ ਕਰਤੀਆਂ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਅਸੀਂ ਕ੍ਰਿਸਚੀਅਨ ਬਣਾਈਏ ਲੋਕਾਂ ਨੂੰ, ਇਸ ਲਈ ਉਹਨਾਂ ਨੇ ਲੋਕਾਂ ਨੂੰ ਫੜ ਫੜ ਕੇ ਈਸਾਈ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਚੀਜ਼ ਦੀ ਜਿਹੜੀ ਪਹਿਲ ਸੀ ਇਹ ਸ਼ੁਰੂ 1853 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਬਣਾਉਂਦੇ। ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਮੁੰਡਾ, ਮਹਾਰਾਜਾ ਦਲੀਪ ਸਿੰਘ ਇਹ ਤੋਂ ਸ਼ੁਰੂਆਤ ਕਰਦੇ ਨੇ, ਧਰਮ ਪਰਿਵਰਤਨ ਕਰਾਉਂਦੇ ਆ। ਅੰਮ੍ਰਿਤਸਰ ਮਿਸ਼ਨ ਸਕੂਲ ਦੇ 4 ਵਿਦਿਆਰਥੀ ਸੀ। ਕਿਹੜੇ ਕਿਹੜੇ? ਆਇਆ ਸਿੰਘ, ਇੱਕ ਸੀਗਾ ਆਇਆ ਸਿੰਘ, ਸਾਧੂ ਸਿੰਘ, ਦੂਸਰਾ ਸੀ ਸਾਧੂ ਸਿੰਘ, ਇੱਕ ਸੀ ਸੰਤੋਖ ਸਿੰਘ, ਆਇਆ ਸਿੰਘ, ਆਤਰ ਸਿੰਘ, ਇੱਕ ਆਤਰ ਸਿੰਘ ਰਹਿ ਗਿਆ, ਆਤਰ ਸਿੰਘ। ਇਹਨਾਂ ਚਾਰਾਂ ਦਾ ਧਰਮ ਪਰਿਵਰਤਨ ਕਰਵਾ ਦਿੰਦੇ ਨੇ। ਫਿਰ ਉਸ ਤੋਂ ਬਾਅਦ ਕੀ ਹੁੰਦਾ? 30 ਜੁਲਾਈ ਦੀ ਗੱਲ ਆ। ਉਸ ਤੋਂ ਬਾਅਦ 30 ਜੁਲਾਈ 1873 ਨੂੰ ਈਸਵੀ 'ਚ ਅੰਮ੍ਰਿਤਸਰ ਵਿੱਚ ਇੱਕ ਸਿੱਖ ਬੈਠਕ ਬੁਲਾਉਂਦੇ ਨੇ। ਉਹਦੇ ਵਿੱਚ ਗੁਰੂ ਸਿੰਘ ਸਭਾ ਦਾ ਨਾਂ ਦੇ ਕੇ ਸੰਸਥਾ ਦੀ ਸ਼ੁਰੂਆਤ ਕਰਦੇ ਨੇ। ਇਹ ਸਭਾ ਦਾ ਮੰਤਵ ਇਹ ਸੀ ਵੀ ਜਿਹੜੇ ਸਿੱਖ ਵਿਰੋਧੀ ਗਤੀਵਿਧੀਆਂ ਨੇ ਉਹਨਾਂ ਦੇ ਖਿਲਾਫ ਸਿੱਖੀ ਵਿਸ਼ਵਾਸ ਨੂੰ ਬਚਾਈ ਰੱਖਣਾ। 1873 'ਚ ਫਿਰ ਪਹਿਲੀ ਬੈਠਕ ਅਕਾਲ ਤਖਤ ਦੇ ਸਾਹਮਣੇ ਹੁੰਦੀ ਆ। ਫਿਰ ਗਿਆਨੀਆਂ ਨੂੰ, ਗ੍ਰੰਥੀਆਂ ਨੂੰ, ਸਿੱਖ ਸਮਾਜ ਦੇ ਜਿਹੜੇ ਹੋਰ ਮੈਂਬਰ ਨੇ ਉਹ ਭਾਗ ਲੈਂਦੇ ਨੇ ਇਹਦੇ ਵਿੱਚ। ਉਹਨਾਂ ਦੇ ਵਿੱਚ ਸੀ ਇੱਕ ਸਰਦਾਰ ਠਾਕਰ ਸਿੰਘ ਸੰਧਾਵਾਲੀਆ, ਇਹ ਕਾਫੀ ਮਸ਼ਹੂਰ ਆ ਸਿੰਘ ਸਭਾ ਮੂਵਮੈਂਟ ਨਾਲ ਰਿਲੇਟਡ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਆਹ ਸੀਗੀ ਫੋਟੋ। ਠਾਕੁਰ ਮਾਰਚ, ਅੱਛਾ ਸਨ ਵੀ ਲਿਖਿਆ ਹੋਇਆ, ਮਾਰਚ 1887। ਠਾਕੁਰ ਸਿੰਘ ਸੰਧਾਵਾਲੀਆ ਦੀ ਫੋਟੋ ਆ, ਠਾਕੁਰ ਸੰਧਾ ਸਿੰਘ ਵਾਲੀਆ। ਉਸ ਤੋਂ ਬਾਅਦ ਗੁਰਮੁਖ ਸਿੰਘ, ਆਹ ਗੁਰਮੁਖ ਸਿੰਘ, ਖੇਮ ਸਿੰਘ ਅਤੇ ਕਨਵਰ ਬਿਕਰਮ ਸਿੰਘ। ਹੁਣ ਅਸੀਂ ਗੱਲ ਕਰ ਲਈਏ ਅੰਮ੍ਰਿਤਸਰ ਦੇ ਵਿੱਚ ਸ੍ਰੀ ਸਿੰਘ ਸਭਾ ਤੋਂ ਬਿਨਾਂ ਹੋਰ ਕੇਂਦਰਾਂ ਨੇ ਵੀ ਕਈ ਸੰਗਠਨ ਬਣਾਏ ਸੀ। ਇਹਨਾਂ ਦਾ ਜਿਹੜਾ ਕੇਂਦਰ ਸੀ ਨਾ, ਆਫਿਸ ਮੇਨ ਦਫ਼ਤਰ, ਉਹ ਲਾਹੌਰ ਸੀਗਾ। ਫਿਰ ਉਸ ਤੋਂ ਬਾਅਦ 1879 ਦੇ ਵਿੱਚ 79 ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਆਹ ਫੋਟੋ ਗੁਰਮੁਖ ਸਿੰਘ ਦੀ ਹੈ, ਪ੍ਰੋਫੈਸਰ ਗੁਰਮੁਖ ਸਿੰਘ ਦੀ। ਗੁਰਮੁਖ ਸਿੰਘ ਨੇ ਲਾਹੌਰ 'ਚ ਇੱਕ ਸਭਾ ਬਣਾਈ। ਅੰਮ੍ਰਿਤਸਰ ਵਾਲੀ ਜਿਹੜੀ ਸਿੰਘ ਸਭਾ ਸੀ ਉਹਦੇ ਨਾਲ ਜੋੜਤਾ ਇਹਨੂੰ, ਅਤੇ ਇਹਦਾ ਜਿਹੜਾ ਨੇਤਾ ਸੀ ਮੱਧ ਵਰਗ ਨਾਲ ਸੰਬੰਧ ਰੱਖਦਾ ਸੀ। 1880 ਦੇ ਵਿੱਚ ਅੰਮ੍ਰਿਤਸਰ ਦੀ ਸਿੰਘ ਸਭਾ ਦਾ ਮੁੱਖ ਕੇਂਦਰ ਬਣ ਗਿਆ। ਇਹਨੂੰ ਖਾਲਸਾ ਦੀਵਾਨ, ਹੁਣ ਇਹਦਾ ਨਾਮ ਬਦਲ ਕੇ ਇਹਨਾਂ ਨੇ ਖਾਲਸਾ ਦੀਵਾਨ ਰੱਖਤਾ। ਇਹਨਾਂ ਸੰਗਠਨਾਂ ਦਾ ਮੰਤਵ ਕੀ ਸੀ, ਉਦੇਸ਼ ਕੀ ਸੀ? ਇਹ ਕਹਿੰਦੇ ਸੀ ਵੀ ਜਿਹੜੇ ਸੱਚੇ ਸਿੱਖੀ ਧਰਮ ਨਾਲ ਪ੍ਰਚਾਰ ਕਰਨਾ, ਇਹ ਸਿੱਖ ਧਰਮ ਦੀ ਜਿਹੜੀ ਗੁਆਚੀ ਹੋਈ ਸ਼ਾਨ ਹੈ ਉਹਨੂੰ ਦੁਬਾਰਾ ਸਥਾਪਿਤ ਕਰਨਾ, ਇਤਿਹਾਸ, ਧਾਰਮਿਕ ਕਿਤਾਬਾਂ ਦੀ ਛਪਾਈ ਅਤੇ ਵੰਡ ਵੀ। ਧਾਰਮਿਕ ਕਿਤਾਬਾਂ ਛਾਪਣੀਆਂ ਨੇ, ਉਹ ਵੰਡਣੀਆਂ ਲੋਕਾਂ ਦੇ ਵਿੱਚ, ਲੋਕਾਂ ਨੂੰ ਗਿਆਨ ਆਵੇ, ਨੌਲੇਜ ਆਵੇ, ਗਿਆਨ ਦੇ ਵਿੱਚ ਵਾਧਾ ਹੋਵੇ ਸਿੱਖ ਧਰਮ ਬਾਰੇ, ਕਿ ਉਹ ਕ੍ਰਿਸਚੀਅਨ ਨਾ ਬਣਨ। ਜਿਵੇਂ ਮੈਂ ਉੱਪਰ ਤੁਹਾਨੂੰ ਦੱਸ ਚੁੱਕਿਆ, ਅਜੋਕੇ ਪੰਜਾਬ ਨੂੰ ਪੰਜਾਬੀ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਅਤੇ ਮੰਤਵ ਨਾਲ ਉਹਨਾਂ ਨੇ ਪੰਜਾਬੀ ਅਖਬਾਰ ਵੀ ਸ਼ੁਰੂ ਕੀਤੇ। ਇਹਨਾਂ ਦੀ ਵਿਚਾਰਧਾਰਾ ਦੇ ਵਿੱਚ ਮਤਭੇਦ ਹੋਣ ਕਰਕੇ ਦੋਹਾਂ ਕੇਂਦਰਾਂ ਦੇ ਵਿੱਚ ਫੁੱਟ ਪੈ ਗਈ। ਇਸ ਮਤਭੇਦ ਦਾ ਕਾਰਨ ਕੀ ਬਣਿਆ? ਇਹ ਮਤਭੇਦ ਦਾ ਕਾਰਨ ਇਹ ਬਣਿਆ ਵੀ ਸਿੱਖ ਧਰਮ ਹਿੰਦੂ ਧਰਮ ਦਾ ਅੰਗ ਹੈ ਜਾਂ ਨਹੀਂ, ਇਹਦੀ ਵਿਲੱਖਣ ਹੋਂਦ ਹੈ ਜਾਂ ਨਹੀਂ, ਇਸ ਚੀਜ਼ ਦਾ ਇਹਨਾਂ ਦੇ ਵਿੱਚ ਮਤਭੇਦ ਹੋਇਆ। ਫਿਰ 1886 ਦੇ ਵਿੱਚ ਲਾਹੌਰ 'ਚ ਇੱਕ ਵੱਖਰਾ ਖਾਲਸਾ ਦੀਵਾਨ ਸਥਾਪਿਤ ਕੀਤਾ। ਫਿਰ ਇਸ ਸੰਸਥਾ ਦੀ ਅਗਵਾਈ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਭਾਈ ਦਿੱਤ ਸਿੰਘ ਨੇ ਕੀਤੀ। ਗੁਰਮੁਖ ਸਿੰਘ ਅਤੇ ਭਾਈ ਦਿੱਤ ਸਿੰਘ ਨੇ, ਗੁਰਮੁਖ ਸਿੰਘ ਦੀ ਫੋਟੋ ਆ। ਅਤੇ ਉਸ ਤੋਂ ਬਾਅਦ ਕੀ ਹੋਇਆ? 1898 ਵਿੱਚ ਗੁਰਮੁਖ ਸਿੰਘ, 1901 ਦੇ ਵਿੱਚ ਭਾਈ ਦਿੱਤ ਸਿੰਘ, ਮੌਤ ਹੋ ਜਾਂਦੀ ਆ। ਫਿਰ ਲਾਹੌਰ ਦੇ ਦੀਵਾਨ ਇਹ ਚੀਜ਼ ਨੂੰ ਸਥਿਰ ਨਹੀਂ ਰੱਖਦੇ, ਟਿਕਰੀ ਨਹੀਂ ਰਹਿੰਦੀ ਇਹਨਾਂ ਕੋਲ ਇਹ। ਅਤੇ ਉਸ ਤੋਂ ਬਾਅਦ ਕੀ ਹੁੰਦਾ? 30 ਅਕਤੂਬਰ 1902 ਨੂੰ ਹਰਿਮੰਦਰ ਸਾਹਿਬ 'ਚ ਜੁੜੇ ਮਲਵਈ ਬੁੰਗੇ ਵਿੱਚ ਮੁੱਖ ਖਾਲਸਾ ਦੀਵਾਨ ਦੀ ਪਹਿਲੀ ਬੈਠਕ ਹੁੰਦੀ ਆ। ਉਹਦੇ 'ਚ ਕੀ ਹੁੰਦਾ? ਭਦੌੜ ਦਾ ਬਾਬੂ ਤੇਜਾ ਸਿੰਘ ਉਹਦੀ ਉਦਘਾਟਨੀ ਅਰਦਾਸ ਕਰਦਾ ਉਸ ਸਮੇਂ। ਬਾਗੜੀਆਂ ਦੇ ਭਾਈ ਅਰਜਨ ਸਿੰਘ ਨੂੰ ਪਹਿਲੇ ਮੁਖੀ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਪਹਿਲੇ ਸਕੱਤਰ ਲਾਉਂਦੇ। ਹੁਣ ਇਹਦਾ ਪਹਿਲਾ ਸਕੱਤਰ ਕੌਣ ਲੱਗਿਆ? ਇਹ ਕੁਐਸਚਨ ਬਣਦਾ ਪੇਪਰ ਦੇ ਵਿੱਚ, ਬਹੁਤ ਇੰਪੋਰਟੈਂਟ ਆ। ਪਹਿਲਾ ਮੁੱਖ ਸਕੱਤਰ ਬਣਦਾ ਹੈ ਸੁੰਦਰ ਸਿੰਘ ਮਜੀਠੀਆ, ਨਿਯੁਕਤ ਕੀਤੇ ਜਾਂਦੇ। ਫਿਰ ਉਸ ਤੋਂ ਸਾਰੇ ਅੰਬਰਧਾਰੀ ਸਿੰਘਾਂ ਨੂੰ ਇਹਦੇ ਮੈਂਬਰ ਬਣਾ ਲੈਂਦੇ ਨੇ। ਫਿਰ ਇਹ ਲਹਿਰ ਦੀਆਂ ਮੁੱਖ ਪ੍ਰਾਪਤੀਆਂ ਕੀ ਨੇ? ਉਸ ਤੋਂ ਬਾਅਦ ਗੱਲ ਕਰ ਲਈਏ ਇਹ ਲਹਿਰ ਦੀਆਂ ਪ੍ਰਾਪਤੀਆਂ ਕੀ ਨੇ। ਪ੍ਰਾਪਤੀਆਂ ਇਹਨੇ ਵੀ ਮੁਸਲਿਮ ਪਰਿਵਾਰਾਂ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ
ਇੱਕ ਜਗ੍ਹਾ ਗਈ ਭਸੌੜ ਸਿੰਘ, ਉਹ ਸਭਾ ਦੀ ਸਿੱਖ ਧਰਮ ਵਿੱਚ ਪਰਿਵਰਤਨ ਕਰਦੇ ਆ। ਫਿਰ 1909 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਕਰਨਾ। 1900 ਕਿਹੜੇ ਸਾਲ ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਹੁੰਦਾ, ਇਹ ਪੇਪਰ ਦੇ ਵਿੱਚ ਆ ਸਕਦਾ ਕੁਐਸਚਨ। 1909 ਦੇ ਵਿੱਚ 1909 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਕਰਨਾ। ਇਸ ਤਰ੍ਹਾਂ ਦੇ ਵਿਆਹ ਦੇ ਕਾਨੂੰਨੀ ਨੂੰ ਮਾਨਤਾ ਦੇਣ ਲਈ 1909 ਤੋਂ ਬਾਅਦ ਉਸ ਤੋਂ ਪਹਿਲਾਂ 1908 ਦੇ ਵਿੱਚ ਸਿੱਖ ਵਿਦਿਅਕ ਸਮਾਜ ਦੀ ਸਥਾਪਨਾ ਕਰਦੇ ਹੈ। ਉਸ ਤੋਂ ਪਹਿਲਾਂ 1905 ਦੇ ਵਿੱਚ ਦਰਬਾਰ ਸਾਹਿਬ ਵਿਖੇ ਸਾਰੀਆਂ ਮੂਰਤੀਆਂ ਨੂੰ ਹਟਾ ਦਿੰਦੇ ਹੁੰਦੇ ਸੀ। ਅਤੇ 1916 ਦੇ ਵਿੱਚ ਇਹ ਸਾਰੇ ਸਿੱਖਾਂ ਲਈ ਕੁਝ ਆਚਰਣ, ਇੱਕ ਕੋਡ ਤਿਆਰ ਕਰਨਾ। ਇੱਕ ਚੀਜ਼ ਉਹਨਾਂ ਨੇ ਹੋਰ ਬਣਾਈ ਸੀ, ਉਹਦਾ ਨਾਂ ਕਿਸੇ ਨੂੰ ਸ਼ਾਇਦ ਨਹੀਂ ਪਤਾ ਹੋਣਾ, ਅੰਜੂਮਨ ਏ ਪੰਜਾਬ। ਇਹਦੀ ਸਥਾਪਨਾ 1865 ਦੇ ਵਿੱਚ ਹੁੰਦੀ ਹੈ। ਅੰਗਰੇਜ਼ੀ ਕਿਤਾਬ ਦੇ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਦੇ ਮੰਤਵ ਨਾਲ ਇਹ ਚੀਜ਼ ਦੀ ਸਥਾਪਨਾ ਕਰਦੇ ਆ। ਸੁਖੂਬੀ ਸੰਬੋਧਨੀ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ। ਅਕਾਲ ਪ੍ਰਕਾਸ਼, ਇਹ ਕੀ ਸੀ? ਇਹਨਾਂ ਦੇ ਮੈਗਜ਼ੀਨ ਸੀ, ਰਸਾਲੇ, ਜਿਹੜੇ ਅਖਬਾਰ ਸੀ ਉਹ ਛਾਪੇ ਜਾਂਦੇ ਸੀ ਗੁਰਮੁਖੀ ਲਿਪੀ ਵਿੱਚ, ਕਿ ਜਿਹੜੇ ਸਿੰਘ ਸਭਾ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਲਈ। ਪਹਿਲਾ ਸੀ ਸੁਖਬੀ ਸੰਬੋਧਨੀ, ਇਹ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਛਪਦਾ ਸੀ। ਉਸ ਤੋਂ ਬਾਅਦ ਸੀ ਅਕਾਲ ਪ੍ਰਕਾਸ਼, ਇਹ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਛਪਦਾ ਸੀ। 3 ਨੰਬਰ 'ਤੇ ਗੱਲ ਕਰ ਲਈਏ, ਪੰਜਾਬ ਦਰਪਣ ਆਉਂਦਾ, ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ। ਗੁਰਮੁਖੀ ਅਖਬਾਰ ਖਾਲਸਾ ਦੀਵਾਨ ਲਾਹੌਰ ਵੱਲੋਂ ਛਪਦਾ ਸੀ। ਖਾਲਸਾ ਪ੍ਰਕਾਸ਼, ਇਹਦੇ 12 ਅਖਬਾਰ ਨੇ ਟੋਟਲ ਇਹ। ਉਸ ਤੋਂ ਬਾਅਦ ਖਾਲਸਾ ਟਰੈਕਟਰ ਸੁਸਾਇਟੀ ਵੀ ਬਣਦੀ ਆ, ਜਿਹੜੀ ਦੀ ਸਥਾਪਨਾ ਭਾਈ ਕੌਰ ਸਿੰਘ ਕਰਦੇ ਆ। ਅਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਕਾਫੀ ਡੈਪਥ ਡੂੰਘਾਈ ਦੇ ਵਿੱਚ ਜਾਣ ਨਾਲੋਂ ਅਸੀਂ ਪੇਪਰ ਦੇ ਪੁਆਇੰਟ ਇਹ ਓਬੀਓ ਨਾਲ ਇਹ ਚੀਜ਼ ਤਿਆਰੀ ਕਰਾਂਗੇ, ਸਿੰਘ ਸਭਾ ਮੂਵਮੈਂਟ। ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਕਾਮਾ ਗਾਟਾ ਮਾਰੂ। ਇਹ ਕਾਫੀ ਫੇਮਸ ਕੁਐਸਚਨ ਹੈ, PCS ਦੇ ਵਿੱਚ ਕਾਫੀ ਵਾਰ ਪੁੱਛਿਆ ਜਾ, IAS ਦੇ ਵਿੱਚ ਵੀ ਇੱਕ ਵਾਰੀ ਇਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਵੀ ਕਦੋਂ ਹੋਇਆ ਕਾਮਾ ਗਾਟਾ ਮਾਰੂ, ਹੈ ਕੀ ਸੀ, ਵਾਟ ਇਜ਼ ਕਾਮਾ ਗਾਟਾ ਮਾਰੂ। ਇਹ ਮਾਡਰਨ ਹਿਸਟਰੀ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਇਹਦਾ। ਕਦੋਂ? 1914 ਦੇ ਵਿੱਚ। ਇਹਦੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ, ਸ਼ਾਇਦ ਕਹਾਣੀ ਸੁਣ ਕੇ ਤੁਹਾਡੇ ਇਹ ਚੀਜ਼ ਚੰਗੀ ਤਰ੍ਹਾਂ ਯਾਦ ਰਹਿ ਜਾਏਗੀ। ਕਾਮਾ ਗਾਟਾ ਮਾਰੂ ਇੱਕ ਜਾਪਾਨੀ ਜਹਾਜ਼ ਸੀ, ਇਹਦਾ ਨਾਮ ਬਦਲ ਕੇ ਇਹਨਾਂ ਨੇ ਗੁਰੂ ਨਾਨਕ ਰੱਖਿਆ, ਫਿਰ ਗੁਰੂ ਨਾਨਕ ਜਹਾਜ਼ ਰੱਖਿਆ। 1914 ਦੇ ਵਿੱਚ ਇਹਨੂੰ ਗੁਰਦੱਤ ਸਿੰਘ ਨੇ ਹਾਂਗਕਾਂਗ ਤੋਂ ਕਿਰਾਏ ਤੋਂ ਲਿਆ ਸੀ। ਇਹ ਗੁਰਦੱਤ ਸਿੰਘ ਨੇ ਹਾਂਗਕਾਂਗ ਤੋਂ ਕਿਰਾਏ 'ਤੇ ਲਿਆ ਸੀ। ਕਾਮਾ ਗਾਟਾ ਮਾਰੂ ਦਾ ਨਾਮ ਬਦਲ ਕੇ ਇਹਨਾਂ ਨੇ ਨਾਨਕ ਰੱਖਿਆ। 1914 ਦਾ ਟਾਈਮ ਸੀ। ਅਤੇ ਇਹਦਾ ਕੀ ਕਾਰਨ ਸੀ, ਇਹਦਾ ਉਦੇਸ਼ ਕੀ ਸੀ, ਕਿਉਂ ਇਹਨੂੰ ਖਤਮ ਕੀਤਾ ਗਿਆ? ਇਹ ਅੰਗਰੇਜ਼ੀ ਸਾਮਰਾਜ ਦੀ ਇੱਕ ਸਾਜ਼ਿਸ਼ ਸੀ ਪੰਜਾਬੀਆਂ ਦੇ ਨਾਲ। ਇਹ ਕਾਰਨ ਇਹ ਹੋਇਆ ਵੀ ਇਸ ਮੰਤਵ ਦਾ ਪ੍ਰਵਾਸੀਆਂ ਦੀ ਇੱਕ ਟੋਲੀ ਨੂੰ ਕੈਨੇਡਾ ਪਹੁੰਚਾਉਣਾ ਸੀ। ਇਹਦਾ ਜਿਹੜਾ ਉਦੇਸ਼ ਸੀ ਨਾ, ਵੀ ਜਿਹੜੇ ਪ੍ਰਵਾਸੀ ਬੰਦੇ ਇੱਧਰ ਰਹਿ ਰਹੇ ਨੇ, ਉਹਨਾਂ ਨੂੰ ਅਸੀਂ ਕੈਨੇਡਾ ਛੱਡ ਕੇ ਆਉਣਾ। ਉਸ ਦੌਰ ਦੇ ਵਿੱਚ, ਉਸ ਸਮੇਂ ਦੇ ਵਿੱਚ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਸੀ ਜਿਹੜੀਆਂ ਭਾਰਤੀਆਂ ਨੂੰ ਇਸ ਦੇਸ਼ 'ਚ ਆਉਣ ਨਹੀਂ ਦਿੰਦੀ ਸੀ, ਵੀ ਕੈਨੇਡਾ ਵਾਲੇ ਬੰਦੇ ਆਉਣ ਨਹੀਂ ਸੀ ਦਿੰਦੇ, ਬਹੁਤ ਨਫ਼ਰਤ ਕਰਦੇ ਸੀ। ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਹਾਂਗਕਾਂਗ 'ਚ ਬਹੁਤ ਦੁਰਗਤੀ ਹੁੰਦੀ ਸੀ। ਪਰ ਜਿਹੜੇ ਗੁਰਦਿੱਤ ਸਿੰਘ ਸੀ, ਉਹਨਾਂ ਨੇ ਧਿਆਨ ਉਸ ਸਾਈਡ ਵੱਲ ਦਿੱਤਾ। ਗੁਰਦਿੱਤ ਸਿੰਘ ਇੱਕ ਖੁਦ ਆਪ ਤਕੜੇ ਕਾਰੋਬਾਰੀ ਸੀ। ਉਹਨਾਂ ਨੇ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਸੀ, ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਬਣਾਈ। ਕਾਮਾ ਗਾਟਾ ਮਾਰੂ ਇੱਕ ਜਹਾਜ਼, ਉਹਨੂੰ ਕਿਰਾਏ 'ਤੇ ਲਿਆ। ਫਿਰ ਕੀ ਕਰਦੇ, 4 ਅਪ੍ਰੈਲ 1914 ਨੂੰ ਇਹ ਹਾਂਗਕਾਂਗ ਤੋਂ ਚੱਲਦਾ। 23 ਮਈ 1914 ਨੂੰ ਇਹ 376 ਭਾਰਤੀਆਂ 376 ਭਾਰਤੀਆਂ ਸਮੇਤ, ਇਹਦੇ 'ਚੋਂ ਜਿਹੜੇ 340 ਸੀ ਉਹ ਸਿੱਖ ਸੀ, 24 ਮੁਸਲਮਾਨ ਅਤੇ 12 ਹਿੰਦੂ ਸੀ। ਉਹਨਾਂ ਨੂੰ ਇਹ ਨਾਲ ਲੈ ਕੇ ਵੈਨਕੂਵਰ ਜਾਂਦਾ। ਜਦੋਂ ਹੀ ਜਹਾਜ਼ ਕੈਨੇਡਾ ਪਹੁੰਚਦਾ ਹੈ, ਯਾਤਰੀਆਂ ਨੂੰ ਉਤਰਨ ਨਹੀਂ ਦਿੰਦੇ। ਕੇਵਲ ਉਹਨਾਂ ਦੇ ਵਿੱਚੋਂ 22 ਭਾਰਤੀ ਜੋ ਕਿ ਕੈਨੇਡਾ ਦੀ ਨਾਗਰਿਕਤਾ ਸਿਟੀਜ਼ਨਸ਼ਿਪ ਸੀ ਉਹਨਾਂ ਕੋਲ, ਉਹ ਦਿਖਾਉਂਦੇ ਨੇ, ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੈਨੇਡਾ ਆ ਜਾਓ, ਬਾਕੀਆਂ ਨੂੰ ਉੱਤਰ ਨਹੀਂ ਦਿੰਦੇ। ਵਾਪਸੀ ਮੁੜਨ ਦੇ ਲਈ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਵਾਪਸ ਮੁੜ ਜਾਓ। ਪਰ ਮੁੜਦੇ ਸਮੇਂ ਕਿਸੇ ਵੀ ਯਾਤਰੀ ਨੂੰ ਹਾਂਗਕਾਂਗ ਰਸਤੇ 'ਚ ਆਉਂਦਾ, ਹਾਂਗਕਾਂਗ ਅਤੇ ਸਿੰਗਾਪੁਰ ਕਿਤੇ ਉਤਰਨ ਨਹੀਂ ਦਿੱਤਾ। ਜਿੱਥੇ ਕਿ ਉਹਨਾਂ ਦੇ ਨੂੰ ਬਹੁਤਿਆਂ ਦੇ ਘਰ ਸੀ, ਪਰ ਉਹਨਾਂ ਨੂੰ ਕਹਿੰਦੇ ਤੁਸੀਂ ਤਾਂ ਉਤਰਨਾ ਨਹੀਂ। ਫਿਰ ਕੀ ਹੁੰਦਾ, 19 ਸਤੰਬਰ 1914 ਨੂੰ ਕਾਮਾ ਗਾਟਾ ਮਾਰੂ ਕਲਕੱਤਾ ਵਿਖੇ ਬਜ ਘਾਟ 'ਤੇ ਉਤਰਦਾ। ਕਲਕੱਤਾ ਦੇ ਵਿੱਚ ਇੱਕ ਘਾਟ ਹੈ ਬਜ, ਆਹ ਕਾਮਾ ਗਾਟਾ ਮਾਰੂ ਜਹਾਜ਼ ਆ, ਕਲਕੱਤਾ ਦੇ ਵਿੱਚ ਬਜ ਜਗ੍ਹਾ 'ਤੇ ਉਤਰਦਾ। ਕਲਕੱਤਾ ਦੇ ਵਿੱਚ ਬਜ ਜਗ੍ਹਾ ਹੈਗੀ, ਉੱਥੇ ਉਤਰਦਾ। ਆਹ ਬੰਦੇ ਜਿਹੜੇ ਗਏ ਸੀਗੇ ਨਾਲ। ਜਦੋਂ ਇਹ ਜਹਾਜ਼ ਉਤਰਦਾ ਨਾ ਕਲਕੱਤਾ ਦੇ ਵਿੱਚ ਬਜ ਨਾਂ ਦੀ ਜਗ੍ਹਾ ਦੇ ਉੱਤੇ, ਅਤੇ ਇਹਨੂੰ ਜੋ ਬ੍ਰਿਟਿਸ਼ਰਸ ਕੀ ਕਰਦੇ ਆ, ਕਬਜ਼ੇ 'ਚ ਲੈ ਲੈਂਦੇ ਨੇ। ਅਤੇ ਕਈ ਯਾਤਰੀ ਸੀ ਜਿਹੜੇ ਉਹਦੇ 'ਚ ਸਵਾਰ, ਉਹਨਾਂ ਨੂੰ ਰੇਲ ਰਾਹੀਂ ਪੰਜਾਬ ਲਈ ਕਹਿੰਦੇ ਤੁਸੀਂ ਜਾਓ, ਪੰਜਾਬ ਜਾਓ। ਯਾਤਰੀਆਂ ਨੂੰ ਕਲਕੱਤਾ ਰੁਕਣਾ ਚਾਹੁੰਦੇ ਸੀ, ਉਹ ਯਾਤਰੀ ਕਹਿੰਦੇ ਸੀ ਕਲਕੱਤਾ ਰੁਕਣਾ, ਪਰ
ਉਹਨਾਂ ਨੂੰ ਆਪਣੇ ਆਪ ਇੱਕ ਜਲੂਸ ਦੇ ਰੂਪ ਵਿੱਚ ਸੰਗਠਿਤ ਕਰਕੇ ਉਹਨਾਂ ਨੇ ਕੀ ਕੀਤਾ, ਇੱਕ ਸੰਗਠਨ ਬਣਾ ਕੇ ਇਕੱਠੇ ਹੋ ਕੇ ਉਹਨਾਂ ਨੇ ਆਪਦੇ ਸਿਰ ਦੇ ਉੱਪਰ ਜਿਹੜੇ ਬੰਦੇ ਠਹਿਰ ਰੁਕੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ। ਉਹ ਕਲਕੱਤੇ ਦੇ ਸ਼ਹਿਰ ਨੂੰ ਵਧਣਾ ਸ਼ੁਰੂ ਕਰਤਾ, ਉਧਰ ਨੂੰ ਜਾਣਾ ਸ਼ੁਰੂ ਕਰਤਾ ਉਹਨਾਂ ਨੇ। ਅਤੇ ਇਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ, ਪੁਲਿਸ ਨੇ ਕੀ ਕੀਤਾ, ਗੋਲੀਬਾਰੀ ਇਹਨਾਂ ਦੇ ਬੰਬ ਬਣਾਉਣੇ ਸ਼ੁਰੂ ਕਰਤੇ, ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਉਹਨਾਂ ਦੇ ਵਿੱਚੋਂ 19 ਸਿੱਖ ਮਾਰੇ ਗਏ, ਬਹੁਤੇ ਜ਼ਖਮੀ ਹੋ ਗਏ। ਪਰ ਗੁਰਦਿੱਤ ਸਿੰਘ ਬਾਬਾ ਸੀ ਜਿਹੜਾ, ਉਹ ਉਹਨਾਂ 28 ਆਪਦੇ ਸਾਥੀਆਂ ਨੂੰ ਨਾਲ ਲੈ ਕੇ ਉੱਥੋਂ ਭੱਜ ਨਿਕਲਿਆ। ਬਾਕੀਆਂ ਨੂੰ ਹਿਰਾਸਤ ਲੈਣ ਉਪਰੰਤ ਪੰਜਾਬ ਵਿੱਚ ਭੇਜਦਾ। ਫਿਰ ਬਾਕੀਆਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਉਹ ਪੰਜਾਬ ਭੇਜ ਦਿੰਦੇ ਨੇ। ਹੁਣ ਅਸੀਂ ਗੱਲ ਕਰਾਂਗੇ ਮੇਨ ਅੱਜ ਦਾ ਟੌਪਿਕ, ਮੇਨ ਟੌਪਿਕ ਇਹਨਾਂ ਵਿੱਚੋਂ ਇੱਕ ਟੌਪਿਕ ਸਾਡਾ ਇਹ ਹੈ ਕਿ ਜਲ੍ਹਿਆਂਵਾਲਾ ਬਾਗ ਮੈਸਕਿਓਰ ਜਾਂ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ ਵੀ ਕਿਹਾ ਜਾਂਦਾ। ਇਹਦੇ 'ਚੋਂ ਪੇਪਰ 'ਚੋਂ ਕਾਫੀ ਕੁਐਸਚਨ ਆ ਜਾਂਦੇ ਆ, ਕਿਉਂ ਹੋਇਆ, ਕਦੋਂ ਹੋਇਆ ਅਤੇ ਕੀ ਕਾਰਨ ਬਣਿਆ, ਕੌਣ ਕੌਣ ਇਹ 'ਚ ਸ਼ਹੀਦ ਹੋਏ, ਇਸ ਸਾਰੀ ਜਾਣਕਾਰੀ ਪੜ੍ਹਾਂਗੇ। ਇਹਦਾ ਜਿਹੜਾ ਟਾਈਮ ਸੀ 13 ਅਪ੍ਰੈਲ 1919 ਨੂੰ ਹੋਇਆ। ਇਹ ਸਾਕਾ ਪੰਜਾਬ ਦੇ ਰਾਜਨੀਤਿਕ ਧਾਰਮਿਕ ਪੱਖ ਤੋਂ ਕਾਫੀ ਸਥਿਤੀ ਚੇਂਜ ਕਰਤੀ ਇਹਨੇ। ਉਸ ਸਮੇਂ ਮੁੱਖ ਖਾਲਸਾ ਦੀਵਾਨ ਵਰਗੇ ਸੰਗਠਨ ਅਰਥਹੀਨ ਹੋ ਗਏ। ਇਹਦਾ ਕਾਰਨ ਇਹ ਬਣਦਾ ਕਿ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ ਦੇ ਨਾਮ ਨਾਲ ਪਹਿਲਾਂ ਜਿਹੜੇ ਜਾਣੇ ਜਾਂਦੇ ਸੀ, ਜਲ੍ਹਿਆਂਵਾਲਾ ਬਾਗ ਦਾ ਜਿਹੜਾ ਸਾਕਾ ਗਾ ਨਾ, ਇਸਨੇ ਦੇਸ਼ ਵਾਸੀ, ਪੂਰੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸਦਮਾ ਲੱਗਿਆ। ਕਿਉਂ ਲੱਗਿਆ? ਕਿਉਂਕਿ ਉਸ ਸਮੇਂ ਕਾਰਨ ਕੀ ਬਣਿਆ, ਸਰਕਾਰ ਦੇ ਡਾਕਟਰ ਸੱਤਪਾਲ, ਡਾਕਟਰ ਸੈਫੂਦੀਨ ਕਿਚਲੂ, ਦੋ ਜਾਣੇ ਸੀਗੇ। ਸਰਕਾਰ ਨੇ, ਬ੍ਰਿਟਿਸ਼ਰ ਦਾ ਰਾਜ ਸੀ, ਉਹ ਸਰਕਾਰ ਨੇ ਡਾਕਟਰ, ਇੱਕ ਤਾਂ ਸੱਤਪਾਲ ਸੀ, ਇੱਕ ਡਾਕਟਰ ਸੈਫੂਦੀਨ ਕਿਚਲੂ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਮਹਾਤਮਾ ਗਾਂਧੀ ਦੀ ਪੰਜਾਬ ਵਿੱਚ ਫੇਰੀ 'ਤੇ ਰੋਕ ਲਗਾਉਣ ਦਾ ਕਾਰਨ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਹੜਤਾਲ ਹੋ ਗਈ। ਹੜਤਾਲ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਰਿਹਾਇਸ਼ 'ਤੇ 50,000 ਲੋਕਾਂ ਦੀ ਭੀੜ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰਤਾ। ਭੀੜ ਨੂੰ ਰੇਲਵੇ ਫਾਟਕ ਦੇ ਨੇੜੇ ਰੋਕ ਕੇ ਉਹਨਾਂ ਦੇ ਉੱਪਰ ਗੋਲੀਬਾਰੀ ਕੀਤੀ, ਪਰ ਉਹਦੇ ਕਈ ਬੰਦੇ ਵਿਚਾਰੇ ਮਾਰੇ ਗਏ, ਜ਼ਖਮੀ ਹੋਏ। 12 ਅਪ੍ਰੈਲ ਨੂੰ ਸਰਕਾਰ ਨੇ ਕਿਸੇ ਤਰ੍ਹਾਂ ਦੀ ਬੈਠਕ ਜਾਂ ਸਭਾ 'ਤੇ ਕਾਨੂੰਨੀ ਰੋਕ ਲਗਾਤੀ। ਫਿਰ 13 ਅਪ੍ਰੈਲ ਨੂੰ ਕੀ ਹੁੰਦਾ, ਵਿਸਾਖੀ ਦਾ ਤਿਉਹਾਰ ਹੁੰਦਾ। 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਸੀ। ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਵਿੱਚ ਭੀੜ ਇਕੱਠੀ ਹੋਈ ਸੀ। ਕਿਉਂ ਇਕੱਠੀ ਹੋਈ? ਤਾਂ ਜੋ ਬੈਠਕਾਂ ਜਾਂ ਸਭਾਵਾਂ ਤੋਂ ਰੋਕ ਲਗਾਉਣ ਅਤੇ ਸਰਕਾਰੀ ਫਰਮਾਨ ਦਾ ਵਿਰੋਧ ਅਸੀਂ ਕਰ ਸਕੀਏ। ਇਹ ਕੰਮ ਵਾਸਤੇ ਉਹਨਾਂ ਦੀ ਬੈਠਕ ਹੋਈ। ਬ੍ਰਿਗੇਡੀਅਰ ਸੀ ਉਸ ਟਾਈਮ ਜਨਰਲ ਰੈਮੀਨੋਲਡ ਡਾਇਰ। ਇਹ ਪਟਵਾਰੀ ਦੇ ਵਿੱਚ ਕੁਐਸਚਨ ਆ ਚੁੱਕਿਆ ਵੀ ਕਿ ਜਨਰਲ ਕੌਣ ਸੀ, ਜਨਰਲ ਡਾਇਰ ਸੀ, ਜਨਰਲ ਓ ਡਾਇਰ ਸੀ। ਪੇਪਰ ਦੇ ਵਿੱਚ ਇਹ ਕੁਐਸਚਨ ਜ਼ਰੂਰ ਇਹਨਾਂ ਦੇ ਵਿੱਚੋਂ ਆਉਂਦਾ। ਅਤੇ ਉਸ ਤੋਂ ਬਾਅਦ ਜਿਹੜਾ ਜਨਰਲ ਰੈਮੀਨੋਲਡ ਡਾਇਰ ਸੀ ਨਾ, ਉਹਨੇ ਆਪਣੇ ਸੈਨਿਕਾਂ ਨਾਲ ਉੱਥੇ ਪਹੁੰਚਦਾ। ਉੱਥੇ ਭੀੜ ਨੂੰ ਬਿਨਾਂ ਚੇਤਾਵਨੀ ਦਿੱਤੇ, ਕੁਛ ਨਹੀਂ ਕਹਿੰਦਾ ਉਹਨਾਂ ਨੂੰ, ਬਿਨਾਂ ਦੱਸੀ ਉਹਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ। 10 ਮਿੰਟ ਤੱਕ ਇਹ ਗੋਲੀਬਾਰੀ ਜਾਰੀ ਰਹਿੰਦੀ ਆ। ਹਜ਼ਾਰਾਂ ਲੋਕ ਮਾਰੇ ਜਾਂਦੇ ਆ, ਬਹੁਤ ਜ਼ਿਆਦਾ ਜ਼ਖਮੀ ਹੁੰਦੇ ਨੇ, ਕਈ ਵਿਚਾਰੇ ਛਾਲ ਮਾਰਦੇ ਨੇ, ਖੂਹਾਂ ਦੇ ਵਿੱਚ ਛਾਲ ਮਾਰਦੇ ਆ। ਅੱਜ ਵੀ ਇਹ ਕੰਧ 'ਤੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ, ਤਸਵੀਰ ਵਿੱਚ ਦੇਖੋ ਕਿਵੇਂ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਨੇ ਅੰਗਰੇਜ਼, ਬਿਨਾਂ ਕਿਸੇ ਡਰ ਖੌਫ ਦੇ। ਜਲ੍ਹਿਆਂਵਾਲੇ ਬਾਗ ਦੇ ਵਿੱਚ ਆਹ ਦੇਖੋ ਗੋਲੀਆਂ ਦੇ ਨਿਸ਼ਾਨ, ਅਜੇ ਵੀ ਉੱਥੇ ਪਏ ਨੇ ਗੋਲੀਆਂ ਦੇ ਨਿਸ਼ਾਨ। ਪਰ ਬਹੁਤ ਲੋਕ ਮਾਰੇ ਗਏ, ਜ਼ਖਮੀ ਹੋਏ। ਇਹ ਜਿਹੜਾ ਸਾਕਾ ਹੋਇਆ, ਖੂਨੀ ਸਾਕਾ, ਜਲ੍ਹਿਆਂਵਾਲਾ ਬਾਗ, ਭਾਰਤ ਅਤੇ ਇੰਗਲੈਂਡ ਦੋਹਾਂ ਵਿੱਚ ਵਿਰੋਧ ਬਹੁਤ ਜ਼ਿਆਦਾ ਵੱਧ ਗਿਆ। ਕਿਉਂਕਿ ਇੰਗਲੈਂਡ ਦੇ ਲੋਕ ਇੱਥੇ ਰਾਜ ਕਰਦੇ ਸੀ ਨਾ, ਅੰਗਰੇਜ਼। ਜਦੋਂ ਉਹਨਾਂ ਦੇ ਵਿੱਚ ਇਹ ਤਕਰਾਰ ਵੱਧ ਜਾਂਦੀ ਆ, ਭਾਰਤ ਦੇ ਬਹੁਤ ਲੋਕਾਂ ਨੇ ਮਹਿਸੂਸ ਕੀਤਾ ਵੀ ਜਿਵੇਂ ਜਿਹੜਾ ਕਾਤਲਾਨਾ ਇੰਨਾ ਭੈੜਾ ਹਾਦਸਾ ਹੋਇਆ, ਇਹ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ। ਦੇਸ਼ ਵਿੱਚ ਪੈਦਾ ਹੋਏ ਵਿਦਰੋਹ ਕਰਕੇ ਰਵਿੰਦਰਨਾਥ ਟੈਗੋਰ ਨੇ ਆਪਣੀ ਬਰਤਾਨਵੀ ਨਾਈਟਹੁੱਡ, ਉਸ ਟਾਈਮ ਉਪਾਧੀਆਂ ਦਿੰਦੇ ਹੁੰਦੇ ਸੀ, ਨਾਈਟਹੁੱਡ, ਸਰ, ਉਹਨੂੰ ਉਪਾਧੀ ਦਿੱਤੀ ਹੋਈ ਸੀ ਰਵਿੰਦਰਨਾਥ ਟੈਗੋਰ ਨੂੰ ਨਾਈਟਹੁੱਡ ਦੀ। ਨਾਈਟਹੁੱਡ ਦਾ ਮਤਲਬ ਆ ਸ਼ੂਰਵੀਰ। ਉਹਨੇ ਵਾਪਸ ਕਰਤੀ ਇਸ ਦੇ ਰੋਸ ਵਜੋਂ। ਫਿਰ 1919 ਦੇ ਵਿੱਚ ਸਰਕਾਰ ਨੇ ਰਾਜ ਦੇ 77 ਹੁਕਮਾਂ ਦੀ ਤਾਮੀਲ ਕਰਦੇ ਹੰਟਰ ਕਮੇਟੀ ਬਿਠਾਈ। ਹੰਟਰ ਕਮੇਟੀ ਦਾ ਗਠਨ ਕਰਦੇ ਨੇ ਅੰਗਰੇਜ਼ ਵੀ ਇਹ ਉਹ ਕਰੂਗੀ, ਵੀ ਤੁਹਾਨੂੰ ਨਿਆਂ ਦਿਵਾਊਗੀ ਆਪਣੇ ਲੋਕਾਂ ਨੂੰ। ਨਿਆਂ ਕੀ ਦਿਵਾਉਣਾ ਸੀ? ਸਿਰਫ ਅੰਗਰੇਜ਼ਾਂ ਦੀ ਆਪਦੀ ਬਣਾਈ ਹੋਈ ਕਮੇਟੀ ਸੀ। ਇਹਦਾ ਨਾਮ ਇਸ ਦੇ ਚੇਅਰਮੈਨ ਲਾਰਡ ਵਿਲੀਅਮ ਹੰਟਰ ਨੇ ਰੱਖਿਆ, ਨਾਮ 'ਤੇ ਰੱਖਿਆ। ਇਹਦਾ ਮੰਤਵ ਜਿਹੜੀਆਂ ਪੰਜਾਬ ਵਿੱਚ ਹੋਈਆਂ ਵਾਰਦਾਤਾਂ ਦਾ ਬਿਰਤਾਂਤ ਇਕੱਠਾ ਕਰਨਾ ਸੀ। ਇਹ ਕਮੇਟੀ ਦਾ ਫਿਰ ਫੈਸਲਾ ਆਉਂਦਾ 8 ਮਾਰਚ 1920 ਨੂੰ। ਇਸ ਵਿੱਚ ਆਇਆ ਕਿ ਇਹਦੇ 'ਚ ਹੰਟਰ ਕਮਿਸ਼ਨ ਦੇ ਵਿੱਚ ਉਹਦਾ ਫੈਸਲਾ ਕਰਦੇ ਨੇ ਕਿ ਜਿਹੜੇ ਜਿੱਥੇ ਡਾਇਰ ਦੀ ਕਰਤੂਤ ਦੀ ਨਿੰਦਾ ਕੀਤੀ ਇਹਨਾਂ ਨੇ, ਪਰ ਉਸ ਵਿਰੋਧ ਕਿਸ ਤਰ੍ਹਾਂ ਦਾ ਕਾਨੂੰਨੀ ਜਾਂ ਅਨੁਸ਼ਾਸਨੀ ਕਾਰਵਾਈ ਨਾ ਕੀਤੀ ਗਈ। ਇਸ ਖੂਨੀ ਸਾਕੇ ਦੀ ਯਾਦ ਦੇ ਵਿੱਚ ਇੱਕ ਸਮਾਰਕ, ਜਿਸ ਨੂੰ ਆਜ਼ਾਦੀ ਦੀ ਲਾਟ ਕਿਹਾ ਜਾਂਦਾ ਹੈ, ਇੱਥੇ ਬਣਿਆ ਹੋਇਆ। ਪਹਿਲੀ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ।
ਇਹ ਜੋ ਬਣਿਆ ਹੋਈ ਹੈ ਜਗ੍ਹਾ ਦੇਖੋ, ਪਿੱਛੇ ਦੇਖੋਗੇ ਤੁਸੀਂ, ਇਹ ਪਹਿਲੀ ਫੋਟੋ ਦੇ ਵਿੱਚ ਹੈ। ਇਹ ਉਹਦੀ ਯਾਦ ਦੇ ਵਿੱਚ ਬਣਿਆ ਹੋਇਆ, ਲਾਟ ਕਹਿੰਦੇ ਇਹਨੂੰ, ਜਿਹੜਾ 13 ਅਪ੍ਰੈਲ ਵਿਸਾਖੀ ਵਾਲੇ ਦਿਨ ਹੋਇਆ। ਖੂਹ ਆ ਖੂਹ ਜਿਸ ਦੇ ਵਿੱਚ ਛਾਲਾਂ ਮਾਰੀਆਂ ਲੋਕਾਂ ਨੇ ਬਚਦੇ ਹੋਏ। ਆ ਗੋਲੀਆਂ ਦੇ ਨਿਸ਼ਾਨ ਨੇ ਕੰਧਾਂ ਦੇ ਉੱਤੇ, ਅੱਜ ਵੀ ਮੌਜੂਦ ਨੇ। ਜਿਹੜਾ ਇਹ ਇੰਨਾ ਮਾੜਾ ਮੰਦਭਾਗੀ ਘਟਨਾ ਵਾਪਰੀ, ਇਸ ਖੂਨੀ ਸਾਕੇ ਦੀ ਯਾਦ 'ਚ ਇੱਕ ਸਮਾਰਕ ਆਜ਼ਾਦੀ ਦੀ ਲਾਟ ਬਣਾਇਆ। ਫਿਰ 13 ਅਪ੍ਰੈਲ 1961 ਨੂੰ ਇਹਦਾ ਉਦਘਾਟਨ ਕੀਤਾ। ਇਹ 30 ਫੁੱਟ ਉੱਚੀ ਮੀਨਾਰ ਹੈ, ਚਾਰੇ ਪਾਸਿਓਂ ਲਾਲ ਪੱਥਰ ਦੀ ਬਣੀ ਹੋਈ ਆ, ਪੱਥਰ ਦੀਆਂ 300 ਸਲੈਬਾਂ ਨਾਲ ਬਣੀ ਹੋਈ ਹੈ। ਇਹਦੇ ਉੱਪਰ ਅਸ਼ੋਕ ਚੱਕਰ ਬਣਾਇਆ ਗਿਆ। ਇਹ ਤਲਾਬ ਦੇ ਚਾਰੇ ਕੋਨੇ ਪੱਥਰ ਦੀਆਂ ਇੱਕ ਮਸ਼ਾਲਾਂ ਵੀ ਬਣਾਈਆਂ ਗਈਆਂ। ਥੜੇ ਦੇ ਚਾਰੇ ਪਾਸੇ 13 ਅਪ੍ਰੈਲ 1919 ਦੇ ਸਾਕੇ ਦੇ ਮਾਰੇ ਗਏ ਸ਼ਹੀਦਾਂ ਦੀ ਯਾਦ ਦੇ ਸ਼ਬਦ ਉਕਰੇ ਹੋਏ ਨੇ ਇੱਥੇ। ਜੇ ਕਦੇ ਤੁਸੀਂ ਇਹਨੂੰ ਜਾਣ ਦਾ ਮੌਕਾ ਮਿਲੇ ਦੇਖ ਸਕਦੇ ਹੋ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗਦਰ ਲਹਿਰ ਦੀ। ਇਹ ਕੁਐਸਚਨ ਬਹੁਤ ਇੰਪੋਰਟੈਂਟ ਦਾ। ਫਲੈਗ ਆਫ ਗਦਰ ਪਾਰਟੀ, ਗਦਰ ਪਾਰਟੀ ਦਾ ਕੌਣ ਸੀ ਸੰਸਥਾਪਕ? ਬਾਬਾ ਸੋਹਣ ਸਿੰਘ ਭਾਗਣਾ। ਗਦਰ ਲਹਿਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਦੇਸ਼ ਭਗਤ, ਲੋਕਤੰਤਰ, ਪੜ੍ਹੇ ਲਿਖੇ ਭਾਰਤੀ ਦੇ ਦੁਆਰਾ ਵਿੱਢੀ ਗਈ ਇੱਕ ਬਰਤਾਨੀਆ ਗੌਰਮੈਂਟ ਤੋਂ ਮੁਕਤ ਕਰਾਉਣ ਲਈ ਆਪਣੇ ਪੰਜਾਬ ਨੂੰ, ਇੰਡੀਆ ਨੂੰ, ਇਹ ਲਹਿਰ ਸ਼ੁਰੂ ਕੀਤੀ ਗਈ ਸੀ, ਗਦਰ ਪਾਰਟੀ। ਪੰਜਾਬ ਵਿੱਚ ਜਿਹੜੇ ਛੋਟੇ ਕਿਸਾਨ, ਸੇਵਾ ਮੁਕਤ ਸੈਨਿਕ, ਸ਼ਿਲਪਕਾਰ 20ਵੀਂ ਸਦੀ ਦੇ ਵਿੱਚ ਪਹਿਲੇ ਦਹਾਕੇ ਤੋਂ ਕੈਨੇਡਾ ਅਤੇ ਅਮਰੀਕਾ ਵੱਲ ਨੂੰ ਚਲੇ ਗਏ। ਕੈਨੇਡੀਅਨ ਸਰਕਾਰ ਨੇ ਜਿਹੜੇ ਉੱਥੇ ਵੱਸਦੇ ਪੰਜਾਬੀਆਂ, ਭਾਰਤੀਆਂ ਨੂੰ ਤੰਗ ਕਰਨਾ ਸ਼ੁਰੂ ਕਰਤਾ। ਭਾਰਤੀਆਂ ਦੇ ਕੈਨੇਡਾ ਜਾਣ 'ਤੇ ਰੋਕ ਲਗਾਈ। ਇਹਦੇ ਪ੍ਰਵਾਸ ਦੇ ਅਨੁਚਿਤ ਨਿਯਮਾਂ ਦੇ ਖਿਲਾਫ, ਗਲਤ ਨਿਯਮਾਂ ਦੇ ਖਿਲਾਫ ਭਾਰਤੀ ਪ੍ਰਵਾਸੀਆਂ ਨੇ ਆਪਣੇ ਆਪ ਨੂੰ ਸੰਗਠਿਤ ਕੀਤਾ ਉੱਥੇ ਅਤੇ ਰਾਸ਼ਟਰੀ ਭਾਵਨਾ ਜਾਗਰਤ ਕੀਤੀ। 1912 ਵਿੱਚ ਪ੍ਰਸ਼ਾਂਤ ਸਾਗਰ ਦੇ ਕਿਨਾਰੇ, ਪ੍ਰਸ਼ਾਂਤ ਸਾਗਰ ਐਟਲਾਂਟਿਕ, ਇਹ ਓਸ਼ੀਅਨ ਆ, ਪ੍ਰਸ਼ਾਂਤ ਸਾਗਰ, ਉਹਦੇ ਕਿਨਾਰੇ ਹਿੰਦੁਸਤਾਨੀ ਐਸੋਸੀਏਸ਼ਨ, ਇਹਦਾ ਨਾਮ ਆ ਸਕਦਾ 1912 ਦੇ ਵਿੱਚ ਕਿੱਥੇ ਸ਼ੁਰੂ ਕੀਤੀ ਗਈ ਹੈ। ਇਹਨੂੰ ਨਾਮ ਕੀ ਹੈ? ਹਿੰਦੁਸਤਾਨੀ ਐਸੋਸੀਏਸ਼ਨ ਨਾਮ ਦਾ ਸੰਗਠਨ ਬਣਾਇਆ। ਇਸ ਦੇ ਪ੍ਰਧਾਨ ਕੌਣ ਸੀ? ਬਾਬਾ ਸੋਹਣ ਸਿੰਘ ਭਾਗਣਾ। ਇਹ ਸੰਗਠਨ ਦਾ ਇੱਕ ਅਖਬਾਰ ਵੀ ਆਉਂਦਾ ਸੀ, ਹਿੰਦੁਸਤਾਨ, ਇਹ ਉਰਦੂ ਭਾਸ਼ਾ 'ਚ ਸੀ। ਫਿਰ ਮਈ 1913 ਦੇ ਵਿੱਚ ਇੱਕ ਆਸ਼ਰਮ ਸ਼ੁਰੂ ਕੀਤਾ। ਇਹ ਆਸ਼ਰਮ ਦਾ ਨਾਮ ਸੀ ਯੁਗੰਤਰ ਆਸ਼ਰਮ। ਯੁਗੰਤਰ ਆਸ਼ਰਮ ਕਦੋਂ ਸ਼ੁਰੂ ਕੀਤਾ? 1913 ਦੇ ਵਿੱਚ। ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਇਹ, SSC ਦੇ ਵਿੱਚ। ਗਦਰ ਪਾਰਟੀ ਦਾ ਮੁਕਾਮ ਫਰਾਂਸਿਸਕੋ ਸੀ ਅਤੇ ਇਹਦੀਆਂ ਮੁੱਖ ਸ਼ਾਖਾਵਾਂ ਜਿਹੜੀਆਂ ਸੀਗੀਆਂ ਕੈਨੇਡਾ, ਅਮਰੀਕਾ। ਫਿਰ ਪਾਰਟੀ ਦਾ ਨਾਂ ਗਦਰ ਹਫ਼ਤਾਵਾਰੀ ਅਖਬਾਰ ਆਉਂਦਾ ਸੀ, ਉਰਦੂ, ਪੰਜਾਬੀ, ਹਿੰਦੀ ਭਾਸ਼ਾ ਦੇ ਵਿੱਚ। ਇਹਦਾ ਮੁੱਖ ਸੰਪਾਦਕ ਕੌਣ ਸੀ? ਬਾਬਾ ਲਾਲਾ ਹਰਦਿਆਲ। ਆਹ ਫੋਟੋ ਦੇ ਵਿੱਚ ਲਾਲਾ ਹਰਦਿਆਲ ਹੈ। ਇਹ ਹੈੱਡ ਕੁਆਟਰ ਹਿੰਦੁਸਤਾਨ, ਗਦਰ ਪਾਰਟੀ ਦਾ ਹੈੱਡ ਕੁਆਟਰ ਹਿੰਦੁਸਤਾਨ। ਆਹ ਲਾਲਾ ਹਰਦਿਆਲ, ਇਹ ਪੰਡਿਤ ਕਾਂਸ਼ੀ ਰਾਮ ਮੜੌਲੀ, ਇਹ ਸੰਪਾਦਕ ਸੀ। ਲਾਲਾ ਹਰਦਿਆਲ ਇਹਦੇ ਸੰਪਾਦਕ ਸੀ, ਗਦਰ ਦੇ ਅਖਬਾਰ ਕੱਢਿਆ ਜਾਂਦਾ ਜਿਹੜਾ। ਇਸ ਪਾਰਟੀ ਦਾ ਜਿਹੜਾ ਮੰਤਵ ਸੀ ਉਹ ਬਰਤਾਨਵੀ ਰਾਜ ਵਿਰੁੱਧ ਜੰਗ ਸ਼ੁਰੂ ਕਰਨਾ। ਬਰਤਾਨਵੀ ਸਰਕਾਰ ਨੇ ਇਸ ਅਖਬਾਰ ਦਾ ਪ੍ਰਸਾਰਨ 'ਤੇ ਰੋਕ ਲਾਉਣਾ ਚਾਹਿਆ ਪਰ ਉਹ ਅਸਫਲ ਰਹੇ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਅਖਬਾਰ ਨੂੰ ਰੋਕ ਲਈਏ ਪਰ ਇਹ ਅਖਬਾਰ ਚੱਲਦਾ ਰਿਹਾ। ਕੈਨੇਡਾ, ਜਾਪਾਨ, ਹਾਂਗਕਾਂਗ, ਚੀਨ, ਸਿੰਗਾਪੁਰ, ਰੋਡਰਾਸ ਅਤੇ ਹੋਰਨਾਂ ਦੇਸ਼ਾਂ ਦੇ ਵਿੱਚ ਜਿੰਨੇ ਵੀ ਭਾਰਤੀ ਵਸੇ ਇਹਨਾਂ ਨੂੰ ਕਾਪੀਆਂ ਦਿੱਤੀਆਂ ਗਈਆਂ, ਵੰਡ ਕੇ ਫੋਟੋ ਕਾਪੀਆਂ ਨਕਲਾਂ ਕਰਾ ਕੇ। ਇਹ ਪਾਰਟੀ ਦੇ ਮੈਂਬਰਾਂ ਨੇ ਹਥਿਆਰ ਚਲਾਉਣ, ਬੰਬ ਚਲਾਉਣ ਦੀ ਸਿਖਲਾਈ ਦੇਣੀ ਵੀ ਆਰੰਭੀ। ਵੀ ਹੁਣ ਆਜ਼ਾਦੀ ਜੇ ਐਂ ਨਹੀਂ ਮਿਲਦੀ ਤਾਂ ਹੁਣ ਸਾਨੂੰ ਇੱਦਾਂ ਪ੍ਰਾਪਤ ਕਰੀਏ ਹਥਿਆਰ ਚਲਾਉਣੀ, ਹਰ ਤਰ੍ਹਾਂ ਦੀ ਟ੍ਰੇਨਿੰਗ ਮਤਲਬ ਉਹਨਾਂ ਨੂੰ ਦਿੱਤੀ ਗਈ। ਕਾਮਾਗਾਟੂ ਹਾਦਸਾ ਜਿਹੜਾ ਹੋਇਆ ਪਿੱਛੇ ਲੰਘ ਚੁੱਕਿਆ, ਉਹਨੇ ਅੱਗ ਅਤੇ ਤੇਲ ਦਾ ਕੰਮ ਕੀਤਾ। ਉਹਨੇ ਇਸ ਦੇ ਦੌਰਾਨ ਹੀ, ਇਸ ਸਮੇਂ ਦੇ ਡਿਊਰਿੰਗ ਦਿਸ ਪੀਰੀਅਡ 1914 ਈਸਵੀ ਦੇ ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਮੁੱਖ ਨੇਤਾਵਾਂ ਨੇ ਭਾਰਤ ਆ ਕੇ ਬਰਤਾਨਵੀ ਰਾਜ ਦੇ ਵਿਰੁੱਧ ਪਹਿਲੀ ਅੰਮ੍ਰਿਤਸਰ, ਫਿਰ ਲਾਹੌਰ ਸਦਰ ਮੁਕਾਮ ਸਥਾਪਿਤ ਕੀਤੇ। 1915 ਦੇ ਵਿੱਚ ਅੱਧ ਬਰਤਾਨਵੀ ਫੌਜ ਦਾ ਗਦਰ ਪਾਰਟੀ ਦਬਾ ਦਿੱਤੀ ਗਈ। ਪਾਰਟੀ ਵਰਕ ਈਰਾਨ ਅਤੇ ਇਰਾਕ ਚਲੇ ਗਏ। ਫਿਰ ਉੱਥੇ ਉਹ ਭਾਰਤੀ ਸੈਨਾ ਬਣਾ ਸਕਣ, ਫਿਰ ਬਰਤਾਨੀਆ ਸੈਨਾ ਨੂੰ ਟੱਕਰ ਦੇ ਸਕਣ, ਉਹਨਾਂ ਨੇ ਉੱਥੇ ਸ਼ੁਰੂਆਤ ਕੀਤੀ। ਹੁਣ ਤੱਕ ਗਦਰ ਲਹਿਰ ਭਾਰਤ ਦੇ ਬਰਤਾਨੀ ਰਾਜਾਂ ਨੂੰ ਕਰਾਰੀ ਟੱਕਰ ਦੇਣ ਵਾਲੀ ਪਹਿਲੀ ਲਹਿਰ ਸੀ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਗੁਰਦੁਆਰਾ ਸੁਧਾਰ ਐਕਟ। ਫਾਊਂਡਰ ਆਫ ਗਦਰ, ਗਦਰ ਦੇ ਫਾਊਂਡਰ ਕੌਣ ਸੀ? ਦੇਖੋ ਫੋਟੋ ਵਿੱਚ ਗਦਰ ਪਾਰਟੀ ਦੇ ਨਾਇਕ ਕਰਤਾਰ ਸਿੰਘ ਸਰਾਭਾ। ਗੁਰਦੁਆਰਾ ਸੁਧਾਰ ਅਕਾਲੀ ਲਹਿਰ, ਇਹਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ। ਅਤੇ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਬਿੰਡੀ ਇੱਕ ਲੰਬੀ ਮੁਹਿੰਮ ਸੀ। ਇਹ ਜਿਹੜੇ ਮਹੰਤ ਸੀਗੇ ਧਾਰਮਿਕ ਸਥਾਨਾਂ 'ਤੇ ਕਬਜ਼ਾ ਕਰੀ ਬੈਠੇ ਸੀ, ਉਹਨਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਨਿਯਮ ਲਾਗੂ ਨਹੀਂ ਸੀ। ਉਹ ਆਪਦੀ ਮਨਮਰਜ਼ੀ ਨਾਲ ਹੀ ਉੱਥੇ ਕੰਮ ਕਰਦੇ ਸੀ, ਲੁੱਟ ਖਸੁੱਟਾਂ ਕਰਦੇ ਸੀ, ਬੱਚਿਆਂ ਦਾ ਨਿਰਾਦਰ ਕਰਦੇ ਸੀ,
ਲੋਕਾਂ 'ਤੇ ਅਤਿਆਚਾਰ ਕਰਦੇ ਸੀ, ਉਹਨਾਂ ਨੂੰ ਸਪੋਰਟ ਸੀ ਸਰਕਾਰ ਦੀ, ਤਾਂ ਕਰਕੇ ਉਹ ਇਹਨਾਂ 'ਤੇ ਅਤਿਆਚਾਰ ਕਰਦੇ ਸੀ। 12 ਨਵੰਬਰ 1920 ਨੂੰ ਅਕਾਲ ਤਖਤ ਤੋਂ ਐਲਾਨ ਦੁਆਰਾ 175 ਸਿੱਖਾਂ ਦੀ ਕਮੇਟੀ ਬਣਾਈ, ਜਿਹਦੇ 'ਚ 36 ਨੁਮਾਇੰਦਿਆਂ ਨੇ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਕਦੋਂ ਬਣਾਈ? 1920। ਉਹਦਾ ਟਾਈਮ ਪੀਰੀਅਡ ਅੱਗੇ ਇਹਦਾ ਪਹਿਲਾਂ ਰਾਇ ਹੁੰਦੀ ਹੈ, ਫਿਰ ਉਸ ਤੋਂ ਬਾਅਦ ਬਣਾਉਂਦੇ ਨੇ ਇਹ, ਬਣਦਾ ਇਹ ਜੋ ਵੀ ਇਹਦਾ ਕੰਮ ਹੁੰਦਾ ਹੈ 1920 ਤੋਂ 1921 ਦੇ ਵਿਚਕਾਰ ਹੁੰਦਾ, 1920, 1921, 1922। ਅਤੇ ਉਸ ਤੋਂ ਬਾਅਦ 12 ਦਸੰਬਰ 1920 ਨੂੰ ਅਕਾਲ ਤਖਤ 'ਤੇ ਕਮੇਟੀ ਦੀ ਪਹਿਲੀ ਬੈਠਕ ਹੁੰਦੀ ਹੈ। ਸੁੰਦਰ ਸਿੰਘ ਮਜੀਠੀਆ, ਅਟਾਰੀ ਤੋਂ ਸਰਬੰਸ ਸਿੰਘ ਅਤੇ ਭਾਈ ਜੋਧ ਸਿੰਘ ਇਹ ਉਪ ਪ੍ਰਧਾਨ ਸਕੱਤਰ ਚੁਣੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਅੰਮ੍ਰਿਤਸਰ, ਤਰਨ ਤਾਰਨ, ਨਨਕਾਣਾ ਸਾਹਿਬ ਦੇ ਮਹੰਤਾਂ ਨੇ ਖੁੱਲ੍ਹੇ ਰੂਪ 'ਚ ਨਿਹੱਥੇ ਅਕਾਲੀਆਂ 'ਤੇ ਹਿੰਸਕ ਕਾਰਵਾਈਆਂ ਕਰਦੇ। 100 ਤੋਂ ਵੱਧ ਉਸ ਸਮੇਂ 100 ਤੋਂ ਵੱਧ ਸਿੱਖਾਂ ਦੇ ਜਥੇ ਨੂੰ ਦਿਨ ਦਿਹਾੜੇ ਨਨਕਾਣਾ ਸਾਹਿਬ ਦੇ ਮਹੰਤ ਵੱਲੋਂ ਕਤਲ ਕਰਾ ਦਿੰਦੇ ਨੇ। ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਫਿਰ ਉਹਦੇ ਵਿੱਚ 20 ਫਰਵਰੀ 1921 ਨੂੰ। ਉੱਥੇ ਸੀ ਮਹੰਤ ਨਰਾਇਣ ਦਾਸ, ਉਹਨੇ 150 ਅਕਾਲੀਆਂ ਸ਼ਾਂਤਮਈ ਜਥੇ ਨੂੰ ਜਾਂਦੇ ਨੂੰ ਉਹ 'ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੰਦੇ ਆ, ਅਤੇ ਨਨਕਾਣਾ ਸਾਹਿਬ ਦੇ ਸਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਮਹੰਤ ਨਰਾਇਣ ਦਾਸ ਨੂੰ ਗ੍ਰਿਫਤਾਰ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ 19 ਜਨਵਰੀ 1922 ਨੂੰ ਅੰਮ੍ਰਿਤਸਰ ਦੇ ਜਿਹੜੇ ਡਿਪਟੀ ਕਮਿਸ਼ਨਰ ਤੋਂ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਫੜ ਲਈਆਂ ਜਾਂਦੀਆਂ, ਹਾਸਲ ਕਰ ਲਈਆਂ ਜਾਂਦੀਆਂ। ਉਸ ਨੂੰ 1921 ਵਿੱਚ ਚਾਬੀਆਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਖੋਈਆਂ। ਫਿਰ ਉਸ ਤੋਂ ਬਾਅਦ ਆਉਂਦਾ ਗੁਰੂ ਕਾ ਬਾਗ ਮੋਰਚਾ। ਅਕਾਲੀਆਂ ਦੁਆਰਾ ਜਿਹੜੀ ਵਿੱਢੀ ਗਈ ਸੁਧਾਰ ਲਹਿਰ ਸੀ, ਇਹਦਾ ਇੱਕ ਮੁੱਖ ਮੁਹਿੰਮ ਦਾ ਗੁਰੂ ਕਾ ਬਾਗ ਮੋਰਚਾ ਇਹਨਾਂ 'ਚੋਂ ਇੱਕ ਸੀ। ਗੁਰੂ ਕਾ ਬਾਗ ਮੋਰਚਾ ਸੀ ਜਿਹੜਾ ਉਹ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਪਿੰਡ ਰਾਖੇਵਾਲੀ ਵਿੱਚ ਸਥਿਤ ਹੈ, ਉੱਥੇ ਹੋਇਆ ਸੀ। ਇਹ 2 ਯਾਦਗਾਰਾਂ ਦੀ ਫੇਰੀ ਦੀ ਯਾਦ 'ਚ ਉਸਾਰਿਆ ਗਿਆ। ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਗੁਰਦੁਆਰਾ ਅਤੇ ਇੱਕ ਬਾਗ ਸਥਿਤ ਹੈ, ਜਿੱਥੇ ਨੇੜੇ ਇੱਕ ਹੋਰ ਗੁਰਦੁਆਰਾ, ਅਤੇ ਦੂਸਰਾ ਗੁਰੂ ਅਰਜਨ ਦੇਵ ਦੀ ਯਾਦ ਦੇ ਵਿੱਚ ਹੈ। ਇਹ ਜਿਹੜਾ ਗੁਰੂ ਕਾ ਬਾਗ ਦਾ ਜਿਹੜਾ ਮਹੰਤ ਸੀ ਸੁੰਦਰਦਾਸ ਉਦਾਸੀ, ਮਹੰਤ ਸੁੰਦਰਦਾਸ ਉਦਾਸੀ, ਉਹ ਬਾਗ ਦੇ ਵਿੱਚ ਗੁਰੂ ਦੇ ਲੰਗਰ ਲਈ ਸਿੱਖਾਂ ਨੂੰ ਬਾਲਣ ਨਹੀਂ ਸੀ ਲੈਣ ਦਿੰਦਾ। ਪੁਲਿਸ ਜੋ ਕਿ ਮਹੰਤਾਂ ਨੂੰ ਖੁਸ਼ ਰੱਖਣਾ ਚਾਹੁੰਦੀ ਸੀ, ਉਹਨੇ 9 ਅਗਸਤ 1922 ਨੂੰ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਅਧਿਕਾਰਤ ਜਿਹੜਾ ਪ੍ਰਦੇਸ਼ ਆ ਉਹਦੇ ਦੋਸ਼ ਲਾਏ। ਫਿਰ ਇਹ ਘਟਨਾ ਕਰਕੇ ਸਿੱਖਾਂ ਨੇ ਗੁਰੂ ਕੇ ਬਾਗ ਵਿੱਚ ਜਾਣ ਬੁੱਝ ਕੇ ਬਾਲਣ ਕੱਟਣਾ ਆਰੰਭ ਕਰਤਾ ਅਤੇ ਰੋਕਣ ਦੀ ਸੂਰਤ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਵੀ ਸਾਨੂੰ ਰੋਕੋਗੇ, ਗ੍ਰਿਫਤਾਰੀਆਂ ਦੇਵਾਂਗੇ। ਥਾਂ ਥਾਂ 'ਤੇ ਹੜਤਾਲਾਂ ਹੋਈਆਂ। ਕਾਲੀਆਂ ਦਸਤਾਰਾਂ ਸਜੇ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਬੇਰਹਿਮੀ ਨਾਲ ਕੁੱਟਿਆ। ਬਹੁਤ ਮਾੜਾ ਵਰਤੀਰਾ ਉਸ ਸਮੇਂ ਹੋਇਆ। ਬੇਰਹਿਮੀ ਨਾਲ ਉਹਨਾਂ ਨੂੰ ਜਦੋਂ ਕੁੱਟਿਆ ਗਿਆ, ਫਿਰ ਇਹ ਤੋਂ ਤੰਗ ਆ ਕੇ ਬੇਸੁਰਤ ਹੋ ਕੇ ਜ਼ਮੀਨ 'ਤੇ ਡਿੱਗ ਜਾਂਦੇ ਸੀ। ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਐਡਵਰਡ ਮੈਕਲੈਗਨ ਜੋ ਕਿ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਸ ਸਮੇਂ, 13 ਸਤੰਬਰ 1922 ਨੂੰ ਉਹ ਗੁਰੂ ਕੇ ਬਾਗ ਵਿੱਚ ਆਉਂਦਾ। ਆ ਕੇ ਉਹ ਦੇਖਦਾ ਵੀ ਪੁਲਿਸ ਨੂੰ ਹਿੰਸਕ ਕਾਰਵਾਈ ਬੰਦ ਕਰਨ ਦਾ ਆਦੇਸ਼ ਦਿੰਦਾ ਵੀ ਤੁਸੀਂ ਰੁਕੋ, ਹੁਣ ਇਹਦੀ ਹਿੰਸਕ ਕਾਰਵਾਈ ਬੰਦ ਕਰੋ। ਅਤੇ ਉਸ ਸਮੇਂ ਜਿਹੜੇ 5605 ਸਿੱਖ ਗ੍ਰਿਫਤਾਰ ਹੋ ਚੁੱਕੇ ਸੀ, ਕਈਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਅਤੇ ਅੰਤ ਵਿੱਚ ਨਵੰਬਰ ਦੇ ਮਹੀਨੇ 1922 ਨੂੰ ਸਿੱਖਾਂ ਨੂੰ ਗੁਰੂ ਕਾ ਬਾਗ ਗੁਰਦੁਆਰੇ ਦੇ ਨਾਲ ਬਾਗ ਦੀ ਜ਼ਮੀਨ ਵੀ ਕਬਜ਼ਾ ਮਿਲ ਜਾਂਦਾ। ਫਿਰ 1923 ਨੂੰ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਫਿਰ ਉਸ ਤੋਂ ਗੱਲ ਆਉਂਦੀ ਹੈ ਗੁਰੂ ਕੇ ਬਾਗ ਮੋਰਚੇ ਤੋਂ ਬਾਅਦ ਗੱਲ ਆਉਂਦੀ ਹੈ ਜੈਤੋ ਦਾ ਮੋਰਚਾ। ਫਿਰ ਲੱਗਦਾ ਗੁਰੂ ਕਾ ਬਾਗ ਮੋਰਚਾ ਖਤਮ ਹੋ ਗਿਆ, ਫਿਰ ਲੱਗਦਾ ਜੈਤੋ ਦਾ ਮੋਰਚਾ। ਕਿਸ ਕਾਰਨ ਲੱਗਿਆ ਸੀ ਜੈਤੋ ਦਾ ਮੋਰਚਾ? ਇਹਦਾ ਕਾਰਨ ਇਹ ਬਣਦਾ ਵੀ ਜਿਹੜਾ ਮਹਾਰਾਜਾ ਨਾਭੇ ਦਾ ਰੀਪੂ ਦਮਨ ਸੀ, ਉਹਨੂੰ ਮੁੜ ਰਾਜਗੱਦੀ 'ਤੇ ਬਿਠਾਉਣਾ ਚਾਹੁੰਦੇ ਸੀ। ਅਕਾਲੀ ਮੋਰਚਾ ਸੀ ਜਿਹੜਾ, ਉਹਦਾ ਜਿਹੜਾ ਮੰਤਵ ਸੀ ਅਕਾਲੀ ਮੋਰਚੇ ਦਾ ਵੀ ਨਾਭੇ ਦੇ ਮਹਾਰਾਜਾ ਰੀਪੂ ਦਮਨ ਨੂੰ ਰਾਜਗੱਦੀ 'ਤੇ ਬਿਠਾਉਣਾ। ਰੀਪੂ ਦਮਨ ਨੇ ਗੁਰੂ ਕੇ ਬਾਗ ਮੋਰਚੇ ਦੇ ਸਮੇਂ ਅਕਾਲੀਆਂ ਦੀ ਤਹਿ ਦਿਲੋਂ ਸਾਥ ਦਿੱਤਾ ਸੀ, ਤਾਂ ਕਰਕੇ ਅਕਾਲੀਆਂ ਦੇ ਪ੍ਰਤੀ ਤਕੜੀ ਸੁਹਿਰਦੀ ਸੀ ਉਹਦੀ, ਬਹੁਤ ਅੰਦਰੋਂ ਪਿਆਰ ਸੀ। 9 ਜੁਲਾਈ 1923 ਨੂੰ ਜਬਰੀ ਆਪਣੇ ਤਖਤ ਆਪਦੇ ਨਾਬਾਲਗ ਪੁੱਤਰ ਪ੍ਰਤਾਪ ਸਿੰਘ ਜੀ ਨੂੰ ਆਖਿਆ ਕਿ ਅਕਾਲੀਆਂ ਨੇ ਇਹਦੀ ਬਹੁਤ ਨਿੰਦਾ ਕੀਤੀ। ਮਹਾਰਾਜਾ ਰੀਪੂ ਦਮਨ ਦੇ ਹੱਕ 'ਚ ਸ਼ਾਂਤਮਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਦੂਸਰੀ ਸਾਈਡ 'ਤੇ ਫਿਰ 29 ਜੁਲਾਈ ਨੂੰ 1923 ਨੂੰ ਜਦੋਂ ਉਸ ਦਿਨ ਸਾਰੇ ਵੱਡੇ ਮੁੱਖ ਸ਼ਹਿਰਾਂ ਦੇ ਵਿੱਚ ਅਰਦਾਸ ਕਰਨ ਦਾ ਸਮਾਂ ਮੁਕਰਰ ਕਰਦੇ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾ ਕੇ 9 ਸਤੰਬਰ 1923 ਨੂੰ ਦਿਨ ਨਾਭਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਜਿਹੜਾ ਜੈਤੋ ਨਾਭਾ ਦੇ ਗੁਰਦੁਆਰਾ ਗੰਗਸਰ 'ਚ ਅਖੰਡ ਪਾਠ ਰਖਵਾਏ ਗਏ, ਜਿਸ 'ਚ ਪੁਲਿਸ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਸ਼ਾਂਤਮਈ ਸਿੱਖਾਂ ਨੇ ਜਥੇ ਵਿੱਚ ਪ੍ਰਾਰਥਨਾ ਕਰਨ ਦੇ ਹੱਕ 'ਚ ਪੈਰਵੀ ਕਰਦੇ ਰੋਜ਼ਾਨਾ ਇੱਥੇ ਪਹੁੰਚਦੇ ਰਹੇ। ਫਿਰ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕਰ ਦਿੰਦੀ ਹੈ ਸਰਕਾਰ। ਅਤੇ ਫਿਰ ਜਿਹੜੇ ਅਕਾਲੀ
ਜਥਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਮਾਰ ਕੁਟਾਈ ਹੁੰਦੀ ਹੈ। ਫਿਰ 21 ਫਰਵਰੀ ਨੂੰ 500 ਅਕਾਲੀਆਂ ਦਾ ਇੱਕ ਜਥਾ ਜੈਤੋ ਵਿਖੇ ਪਹੁੰਚਦਾ। ਉੱਥੇ ਪਹੁੰਚਣ ਤੋਂ ਬਾਅਦ ਪੁਲਿਸ ਵੱਲੋਂ ਰੋਕਣ 'ਤੇ ਉਹਨਾਂ 'ਤੇ ਗੋਲਾਬਾਰੀ ਕੀਤੀ ਜਾਂਦੀ, ਉਹ ਨਹੀਂ ਰੁਕਦੇ। ਫਿਰ 19 ਅਕਾਲੀ ਉੱਥੇ ਮਾਰੇ ਜਾਂਦੇ ਨੇ ਅਤੇ 29 ਅਕਾਲੀ ਜ਼ਖਮੀ ਹੁੰਦੇ ਨੇ। ਸ਼ਾਂਤਮਈ ਜਥੇ ਉੱਤੇ ਗੋਲਾਬਾਰੀ ਕਰਨ ਕਰਕੇ ਪੂਰੇ ਦੇਸ਼ ਦੇ ਵਿੱਚ ਰੋਸ ਦੀ ਲਹਿਰ ਫੈਲ ਜਾਂਦੀ ਹੈ ਵੀ ਜਦੋਂ ਸਿੱਖ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਆ ਵੀ ਤੁਸੀਂ ਕਿਉਂ 19 ਜਣਿਆਂ ਨੂੰ ਮਾਰਿਆ ਅਤੇ 29 ਨੂੰ ਜ਼ਖਮੀ ਕੀਤਾ। ਫਿਰ 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਗੁਰਦੁਆਰਾ ਗੰਗਸਰ ਜੈਤੋ ਨਤਮਸਤਕ ਹੋਣ ਦੀ ਆਗਿਆ ਮਿਲੀ ਅਤੇ ਹੜਤਾਲ ਦੌਰਾਨ ਬੰਦੀ ਬਣਾਏ ਹੋਏ ਕੈਦੀਆਂ ਨੂੰ ਫਿਰ ਰਿਹਾਅ ਕਰ ਦਿੰਦੇ ਆ। ਫਿਰ ਉਸ ਤੋਂ ਬਾਅਦ ਆਉਂਦਾ ਬੱਬਰ ਅਕਾਲੀ ਲਹਿਰ 1920 ਦੇ ਵਿੱਚ। ਇਹ ਜਿਹੜੀ ਬੱਬਰ ਅਕਾਲੀ ਲਹਿਰ ਹੈ ਗੁਰਧਾਮਾਂ ਦੀ ਸਾਂਭ ਸੰਭਾਲ ਸੁਧਾਰ ਲਈ ਉੱਠੀ ਲਹਿਰ ਸੀ। ਇਹ ਅਕਾਲੀ ਦੀ ਬੁਨਿਆਦੀ ਇੱਕ ਸ਼ਾਖਾ ਸੀ। ਇਹ ਗੁਰਧਾਮਾਂ ਤੋਂ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਇਹ ਲਹਿਰ ਵਿੱਢੀ ਸੀ। ਜਨਵਰੀ 1921 ਨੂੰ ਤਰਨਤਾਰਨ, ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸਾਕਿਆਂ ਦੇ ਵਿੱਚ ਕਈ ਸਿੱਖ ਮਾਰੇ ਗਏ ਸੀ। ਉਹਦੇ ਲਈ ਇਹ ਲਹਿਰ ਦਾ ਆਰੰਭ ਹੁੰਦਾ ਹੈ। ਅਤੇ ਉਸ ਤੋਂ ਬਾਅਦ ਆਉਂਦੀ ਹੈ ਸਰਦਾਰ ਸੇਵਾ ਸਿੰਘ ਠੀਕਰੀਆ ਰਿਆਸਤੀ ਪਰਜਾ ਮੰਡਲ। ਰਿਆਸਤੀ ਪਰਜਾ ਮੰਡਲ ਦਾ ਜੋ ਟਾਈਮ 1882 ਤੋਂ 1935। ਪੰਜਾਬ ਰਿਆਸਤੀ ਮੰਡਲ ਸ਼ਹਿਰਾਂ ਦੇ ਲੋਕਾਂ ਦਾ ਸੰਗਠਨ ਸੀ। 1928 ਨੂੰ ਇਹਦੀ ਸੰਸਥਾਪਨਾ ਹੋਈ ਅਤੇ 17 ਜੂਨ 1928 ਨੂੰ ਪਟਿਆਲਾ ਵਿਖੇ ਮਾਨਸਾ, ਕਿੱਥੇ ਸਥਾਪਨਾ ਹੁੰਦੀ ਹੈ? ਪਟਿਆਲਾ ਵਿਖੇ ਮਾਨਸਾ ਦੇ ਵਿੱਚ ਵਿਸ਼ਾਲ ਜਨਤਕ ਇਕੱਠ ਹੁੰਦਾ, ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਹੋਣ ਦਾ। ਇਹ ਸੰਗਠਨ ਦੀ ਸਥਾਪਨਾ ਦਾ ਐਲਾਨ ਕੀਤਾ ਜਾਂਦਾ। ਇਹ ਅਕਾਲੀ ਲੀਡਰ ਸੇਵਾ ਸਿੰਘ ਠੀਕਰੀ ਵਾਲਾ ਨੂੰ ਚੇਅਰਮੈਨ ਅਤੇ ਭਗਵਾਨ ਸਿੰਘ ਲੌਂਗੋਵਾਲੀਆ ਨੂੰ ਸਕੱਤਰ ਬਣਾਇਆ ਜਾਂਦਾ। ਇਹ 17 ਜੂਨ 1928 ਨੂੰ ਸ਼ੁਰੂ ਹੁੰਦੀ ਹੈ ਪਟਿਆਲਾ ਦੇ ਮਾਨਸਾ ਦੇ ਵਿੱਚ। ਅਤੇ ਇਹ ਸੰਗਠਨ ਅਕਾਲੀ ਲੀਡਰ ਸੀਗੇ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਜੀ, ਉਹਨਾਂ ਨੂੰ ਚੇਅਰਮੈਨ ਅਤੇ ਭਗਵਾਨ ਸਿੰਘ ਨੂੰ ਲੌਂਗੋਵਾਲੀਆ ਨੂੰ ਸਕੱਤਰ ਨਿਯੁਕਤ ਕੀਤਾ ਜਾਂਦਾ। ਫਿਰ ਜਿਹੜੀ ਇਹ ਛੇਤੀ ਪਰਜਾ ਮੰਡਲ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਪੰਜਾਬ 'ਚ ਰਹਿੰਦੇ ਸਮੁੱਚੇ ਬਾਲਗਾਂ ਲਈ ਬਿਨਾਂ ਕਿਸੇ ਵਿਤਕਰੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਕਰ ਸਕਦੇ ਹੋ ਜੁਆਇਨ। ਫਿਰ ਉਸ ਤੋਂ ਬਾਅਦ ਪਰਜਾ ਮੰਡਲ ਦੀਆਂ ਸਰਗਰਮੀਆਂ ਦਾ ਘੇਰਾ ਪੰਜਾਬ ਦੇ ਵਿੱਚ ਵੱਧਦਾ ਜਾਂਦਾ। ਪੰਜਾਬ ਤੋਂ ਵਧਾ ਕੇ ਕਸ਼ਮੀਰ ਅਤੇ ਸ਼ਿਮਲੇ ਦੀਆਂ ਪਹਾੜੀਆਂ ਤੱਕ ਕਰਦਾ। ਪੰਜਾਬ ਰਿਆਸਤੀ ਮੰਡਲ ਦੇ ਮੁੱਖ ਉਦੇਸ਼ ਕੀ ਸੀ, ਕਾਰਨ ਕਿਉਂ ਇਹਨੂੰ ਸ਼ੁਰੂ ਕੀਤਾ, ਉਦੇਸ਼ ਕੀ ਸੀ ਇਹਦਾ ਮੇਨ? ਲੋਕਾਂ ਦੇ ਹੱਕ ਅਤੇ ਆਜ਼ਾਦੀ ਦੀ ਰੱਖਿਆ ਕਰਨੀ ਪਹਿਲਾ ਉਦੇਸ਼। ਦੂਜਾ ਉਦੇਸ਼ ਇਹਦਾ ਸੀ ਰਾਜਾਂ ਵਿੱਚ ਪ੍ਰਤੀਨਿਧ ਸੰਸਥਾਵਾਂ ਖੋਲ੍ਹਣੀਆਂ। ਤੀਸਰਾ ਉਦੇਸ਼ ਇਹਦਾ ਇਹ ਸੀ ਵੀ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਿਆਉਣਾ। ਤਿੰਨ ਉਦੇਸ਼ ਸੀ। ਪਹਿਲਾ ਲੋਕਾਂ ਦੇ ਹੱਕ 'ਚ ਆਜ਼ਾਦੀ ਲਈ ਰੱਖਿਆ ਕਰਨੀ, ਦੂਜਾ ਉਦੇਸ਼ ਲੋਕਾਂ ਵਿੱਚ ਪ੍ਰਤੀਨਿਧਤਾ ਲਿਆਉਣੀ, ਸੰਸਥਾਵਾਂ ਖੋਲ੍ਹਣੀਆਂ, ਕਿਸਾਨਾਂ ਦੀ ਹਾਲਾਤ ਵਿੱਚ ਸੁਧਾਰ ਲਿਆਉਣਾ। ਰਿਆਸਤੀ ਰਾਜਾਂ ਦੇ ਸ਼ਾਸਕ ਵਿੱਚ ਪ੍ਰਸ਼ਾਸਨ ਪ੍ਰਬੰਧ ਵਿਰੁੱਧ ਕੁਝ ਵੀ ਸੁਣਨਾ ਨਹੀਂ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੂੰ ਅੰਗਰੇਜ਼ੀ ਹਕੂਮਤ ਉਹਦੀ ਸਹਿ ਲੈਂਦੀ ਸੀ ਵੀ ਉਹ ਉਹਨਾਂ ਨੂੰ ਸਪੋਰਟ ਕਰਦੀ ਸੀ। ਅੰਗਰੇਜ਼ਾਂ ਤੋਂ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਹੋਣ ਕਾਰਨ ਕਿ ਇਹ ਲਹਿਰਾਂ ਜਿੰਨੀਆਂ ਵੀ ਸ਼ੁਰੂ ਹੁੰਦੀਆਂ ਸੀ ਇਹ ਕਾਰਨ ਬਣਦਾ ਸੀ। ਤਾਂ ਧਰਮ ਸੁਧਾਰ ਲਹਿਰਾਂ ਜੋ ਵੀ ਪਿੱਛੇ ਬਣੀਆਂ। ਪਰਜਾ ਮੰਡਲ ਦੇ ਜਿਹੜੇ ਕਾਰਕੁਨ ਸੀਗੇ, ਕੰਮ ਕਰਨ ਵਾਲੇ ਸੀ, ਪਟਿਆਲਾ ਦੇ 4 ਰਾਜਾਂ ਦੇ ਪਟਿਆਲਾ, ਨਾਭਾ, ਜੀਂਦ ਅਤੇ ਫਰੀਦਕੋਟ। ਖਾਸ ਤੌਰ 'ਤੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਇਹਦੇ ਵਿਰੋਧੀ ਸੀ। ਪਰ ਜਿਹੜਾ ਮਾਸਟਰ ਤਾਰਾ ਸਿੰਘ ਸੀ ਉਹ ਪਟਿਆਲਾ ਦੇ ਸ਼ਾਸਕ ਵਿਰੁੱਧ ਠੋਸ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ। ਪਰਜਾ ਮੰਡਲ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰਤੀਆਂ। ਫਿਰ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਸਮੇਤ ਹੋਰ ਅਕਾਲੀ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਉਹਨਾਂ ਨੂੰ ਪਹਿਲਾਂ ਫੜ ਲੈਂਦੇ ਨੇ, ਫਿਰ ਉਹਨਾਂ ਨੂੰ ਗੌਰਮੈਂਟ ਰਿਹਾਅ ਕਰਦੀ ਹੈ। ਫਿਰ 27 ਦਸੰਬਰ 1929 ਨੂੰ ਪੰਜਾਬ ਰਿਆਸਤੀ ਮੰਡਲ ਦਾ ਪਹਿਲਾ ਸੈਸ਼ਨ ਹੁੰਦਾ ਜਿਹੜਾ ਉਹ ਲਾਹੌਰ 'ਚ ਹੁੰਦਾ। ਕਦੋਂ ਹੁੰਦਾ ਤਾਂ ਪਹਿਲਾ ਸੈਸ਼ਨ 27 ਦਸੰਬਰ 27/12/1929 ਨੂੰ ਜਿਹੜਾ ਪਹਿਲਾ ਸੈਸ਼ਨ ਲਾਹੌਰ 'ਚ ਹੁੰਦਾ। ਉੱਥੇ ਮਹਾਰਾਜਾ ਭੁਪਿੰਦਰ ਸਿੰਘ ਦੇ ਮਾੜੇ ਸ਼ਾਸਨ ਦਾ ਵਿਰੋਧ ਕਰਦੇ ਆ ਵੀ ਮਹਾਰਾਜਾ ਭੁਪਿੰਦਰ ਮਾੜਾ ਸ਼ਾਸਨ ਆ ਉਹਦਾ। ਇਹਦੇ ਨਾਲ ਹੀ ਜੀਂਦ ਵਿੱਚ ਭੂਮੀ ਕਰ ਵਧਾਉਣ ਅਤੇ ਬਗਾਰ ਮਜ਼ਦੂਰੀ ਦੇ ਵਿਰੋਧ ਵਿੱਚ ਮੋਰਚੇ ਸ਼ੁਰੂ ਕੀਤੇ। ਮਰੇਲਕੋਟਲਾ 'ਚ ਇੱਕ ਦਸਤਾਵੇਜ਼ ਕਾਗਜ਼ ਸੀ ਉੱਥੇ ਜਿਸ ਦਾ ਸਿਰਲੇਖ ਸੀ ਮਰੇਲਕੋਟਲਾ ਦੋਸ਼ਪੂਰਵਕ ਇਹ ਤਿਆਰ ਕੀਤਾ, ਜਿਸ ਨੇ ਸ਼ਾਸਕ ਜ਼ਿਲ੍ਹਾ ਪ੍ਰਬੰਧਕੀ ਦੋਸ਼ੀ ਕਰਾਰ ਕੀਤਾ। ਕਪੂਰਥਲਾ ਦੇ ਵਿੱਚ ਪਰਜਾ ਮੰਡਲ ਨੇ ਅਤਿਆਚਾਰ ਖਤਮ ਕਰਨ ਦੀ ਅਤੇ ਭਰੋਸੇ ਵਾਲੀ ਸਰਕਾਰ ਕਾਇਮ ਕਰਨ ਦੀ ਮੰਗ ਰੱਖੀ। ਫਿਰ ਉਸ ਤੋਂ ਬਾਅਦ ਕੀ ਹੁੰਦਾ, 11 ਅਕਤੂਬਰ 1930 ਨੂੰ ਪੰਜਾਬ ਰਿਆਸਤੀ ਮੰਡਲ ਦਾ ਦੂਜਾ ਸੈਸ਼ਨ ਲੁਧਿਆਣੇ ਹੁੰਦਾ। ਇੱਥੇ ਸਰਦਾਰ ਸੇਵਾ ਸਿੰਘ ਠੀਕਰੀਆ ਪਟਿਆਲਾ ਦੇ ਮੁਖੀ 'ਤੇ ਇਹ ਦੋਸ਼ ਲਾਉਂਦੇ ਨੇ ਉਸ ਦੀ ਮੁਅੱਤਲੀ ਦੀ ਮੰਗ ਰੱਖੀ ਜਾਂਦੀ ਹੈ। ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ 10 ਸਾਲ ਦੀ ਕਠੋਰ ਸਜ਼ਾ ਸੁਣਾਈ ਜਾਂਦੀ ਹੈ। ਪਰ ਉਹ ਕੁਝ ਮਹੀਨਿਆਂ ਬਾਅਦ ਹੀ ਰਿਹਾਅ ਹੋ ਜਾਂਦੇ ਨੇ। ਜੁਲਾਈ 1931 ਨੂੰ ਪੰਜਾਬ ਵਿੱਚ ਰਿਆਸਤੀ ਪਰਜਾ ਮੰਡਲ ਦਾ ਤੀਜਾ ਸੈਸ਼ਨ ਹੁੰਦਾ। 2 ਸੈਸ਼ਨ ਹੋ ਚੁੱਕੇ ਪਿੱਛੇ, ਅਤੇ ਉਸ ਤੋਂ ਬਾਅਦ ਜਿਹੜਾ ਹੁੰਦਾ ਇਹ ਤੀਜਾ ਉਹ ਹੁੰਦਾ ਜੁਲਾਈ 1931 ਨੂੰ। ਇਹ ਸੈਸ਼ਨ ਸ਼ਿਮਲੇ 'ਚ ਹੁੰਦਾ। ਇਹਦਾ ਮੁੱਖ ਮੰਤਵ ਮਹਾਰਾਜਾ ਭੁਪਿੰਦਰ ਸਿੰਘ ਦੀ ਬਰਖਾਸਤੀ ਵੀ ਉਹ ਬਰਖਾਸਤ ਕਰੀ ਉਹਨੂੰ। ਪਰਜਾ ਮੰਡਲ ਨਾਲ ਸਿੰਜਣ ਦੇ ਲਈ ਪਟਿਆਲਾ ਸਰਕਾਰ ਨੇ ਰਾਜ ਵਿੱਚ ਸਾਰੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਰੋਕ ਲਗਾਤੀ।
33 ਈਸਵੀ ਦੇ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਂਦਾ। 1933 ਦੇ ਵਿੱਚ ਜੇਲ੍ਹ 'ਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੀ ਮੌਤ ਨਾਲ ਪੰਜਾਬ ਰਿਆਸਤਾਂ ਪਰਜਾ ਮੰਡਲ ਹੈ ਜਿਹੜੀ ਉਹ ਮਹੱਤਵਪੂਰਨ ਜੰਗ ਦਾ ਅੰਤ ਹੋ ਜਾਂਦਾ ਹੈ। ਉਹਨਾਂ ਦੇ ਨਾਲ ਹੀ ਸੀ ਰਿਆਸਤੀ ਪਰਜਾ ਮੰਡਲ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ। ਫਿਰ ਕੀ ਹੁੰਦਾ, 15 ਜੁਲਾਈ 1948 ਈਸਵੀ ਨੂੰ ਪੈਪਸੂ ਹੋਂਦ ਦੇ ਵਿੱਚ ਆਉਂਦਾ। ਪੈਪਸੂ ਪੰਜਾਬ ਸਟੇਟ ਈਸਟਰਨ ਸਟੇਟ ਯੂਨੀਅਨ, ਅਤੇ ਉਹਦੇ ਆਉਣ ਨਾਲ ਰਿਆਸਤਾਂ ਖਤਮ ਕਰਨੀ, ਪੰਜਾਬ ਦੇ ਰਿਆਸਤੀ ਮੰਡਲ ਵੀ ਲੁਪਤ ਹੋ ਜਾਂਦੀ ਹੈ ਜਦੋਂ ਪੈਪਸੂ ਬਣ ਜਾਂਦਾ ਹੈ। ਸੋ ਇੱਥੇ ਤੱਕ ਆਹ ਦੇਖੋ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਪੁਰਾਤਨ ਹਵੇਲੀ ਹੈ। ਆਹ ਹਵੇਲੀ ਦੀ ਤਸਵੀਰ ਹੈ, ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ। ਸੋ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸਟੂਡੈਂਟਸ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ, ਇਸ ਵੀਡੀਓ ਦੇ ਥਰੂ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਨੌਲੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ GK ਦੇ ਜਿੰਨੇ ਵੀ ਪੁਰਾਣੇ ਪੇਪਰ ਹੋਏ ਆ ਜਾਂ ਜਿਹੜੇ ਹੋਣੇ ਆ ਉਹਨਾਂ ਦੀ ਪੂਰੀ ਵਧੀਆ ਤਿਆਰੀ ਕਰਵਾ ਰਹੇ ਹਾਂ। ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।